ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ ਜੀ। ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਵੱਡੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ। ਪੁਲਿਸ ਦਾ ਸਿਆਸੀਕਰਨ ਤਾਂ ਹਰਿਆਣੇ ਦੇ ਵਿੱਚ ਵੀ ਨਜ਼ਰ ਆਉਂਦਾ ਹੈ ਤੇ ਦਿੱਲੀ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਮਤਲਬ ਏਦਾਂ ਕਹਿ ਲਈਏ ਕਿ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ। ਬਿਲਕੁਲ ਠੀਕ ਕਿਹਾ ਸੁਖਵਿੰਦਰ ਜੀ ਤੁਸੀਂ। ਇਕੱਲਾ ਪੰਜਾਬ ਹਰਿਆਣਾ ਜਾਂ ਦਿੱਲੀ ਹੀ ਨਹੀਂ, ਗੁਜਰਾਤ 'ਚ ਵੀ ਨਜ਼ਰ ਆਉਂਦਾ ਹੈ, ਅਸਾਮ 'ਚ ਵੀ ਨਜ਼ਰ ਆਉਂਦਾ ਹੈ, ਬਾਕੀ ਜਗ੍ਹਾ 'ਤੇ ਵੀ ਨਜ਼ਰ ਆਉਂਦਾ ਹੈ। ਅਸਲ ਦੇ ਵਿੱਚ ਕੀ ਹੋ ਗਿਆ ਕਿ ਸਿਆਸੀ ਪਾਰਟੀਆਂ ਦਾ ਲੋਕਾਂ ਦੇ ਵਿੱਚ ਤਾਂ ਆਧਾਰ ਓਡਾ ਵੱਡਾ ਰਿਹਾ ਨਹੀਂ, ਸਿਵਾਏ ਬੀਜੇਪੀ ਦੇ, ਜਿਹਦਾ ਮਾੜਾ ਮੋਟਾ RSS ਰਾਹੀਂ ਆਧਾਰ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਬਿਲਕੁਲ ਹੀ ਉਹਨਾਂ ਦਾ ਆਧਾਰਹੀਨ ਨੇ, ਲੋਕਾਂ ਦੇ ਵਿੱਚ ਜਾਂਦੀਆਂ ਨਹੀਂ। ਉਹ ਡਰਾਇੰਗ ਰੂਮ ਬॉयਜ਼ ਨੇ, ਬੇਸਿਕਲੀ ਆਪਦੇ ਕਮਰਿਆਂ 'ਚ ਬੈਠ ਕੇ ਗੱਲਾਂ ਕਰਦੀਆਂ ਨੇ। ਲੋਕਾਂ ਦੇ ਮੁੱਦਿਆਂ ਦੇ ਉੱਤੇ ਪਿਛਲੇ 30 ਸਾਲ 'ਚ ਇਹਨਾਂ ਨੇ ਕੋਈ ਐਜੀਟੇਸ਼ਨ ਨਹੀਂ ਕਰੀ, ਕਿਉਂਕਿ ਜੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਤੁਸੀਂ ਹਿੱਲੋਗੇ ਨਹੀਂ ਤੇ ਫਿਰ ਲੋਕਾਂ 'ਚ ਤੁਹਾਡੀ ਕਿੱਥੋਂ ਪਰਚੋ ਰਹਿ ਜਾਣੀਆਂ। ਸੋ ਇਹ ਲੋਕਾਂ ਦੇ ਵਿੱਚ ਇੱਕ ਰਾਏ ਬਣਾ ਕੇ ਰਾਜ ਕਰਨਾ ਚਾਹੁੰਦੇ ਨੇ। ਉਹ ਰਾਏ ਬਣਾਉਣ ਵਾਸਤੇ ਇਹ ਪੁਲਿਸ ਨੂੰ ਵੀ ਵਰਤਦੇ ਨੇ, ਚਾਹੇ ਇਸ ਵਾਸਤੇ ਵਰਤਦੇ ਨੇ ਕਿ ਵੀ ਇਹ ਪਤਾ ਕਰੋ ਐਤਕੀ ਵੋਟਾਂ ਕਿਹਨੂੰ ਪੈਣਗੀਆਂ ਜ਼ਿਆਦਾ, ਕਿਹੜੇ ਕੈਂਡੀਡੇਟ ਦੀ ਕੀ ਲੋਕਾਂ ਦੇ ਵਿੱਚ ਪਰਚੋ ਹੈ, ਕਿਹੜੇ ਕੈਂਡੀਡੇਟ ਨੇ ਕੋਈ ਹੇਰਾਫੇਰੀ ਕੀ ਕਰੀ ਹੈ, ਜਾਂ ਫਿਰ ਆਪਦੇ ਵਿਰੋਧੀਆਂ ਨੂੰ, ਜਿਹੜੇ ਰਾਜਕਾਰਜੀ ਪਾਰਟੀ ਹੁੰਦੀ ਉਹ ਥੱਲੇ ਲਾਉਣ ਵਾਸਤੇ ਉੱਤੇ ਕੇਸ ਬਣਾਵੇ। ਆ ਈਡੀ ਨੇ ਤੁਹਾਡੇ ਸਾਹਮਣੇ, ਇਹ ਤਾਂ ਕੋਈ ਸ਼ੱਕ ਨਹੀਂ ਵੀ ਚੰਨੀ ਦੇ ਭਾਂਜੇ ਕੋਲੋਂ ਬਹੁਤ ਕੁਝ ਫੜਿਆ ਗਿਆ ਸੀ, ਪਰ ਈਡੀ ਨੇ ਛਾਪਾ ਤਾਂ ਮਾਰਿਆ ਇਹੀ ਸੀ ਵੀ ਇਹਨਾਂ ਨੂੰ ਦਿਖਾਉਣਾ ਸੀ ਤਜਰਬਾ। ਦਿਖਾਉਣ ਵਾਸਤੇ ਸੁਖਪਾਲ ਖਹਿਰੇ ਨੂੰ ਵੀ ਫੜਿਆ। ਕਾਂਗਰਸ ਨੂੰ ਨੀਚਾ ਦਿਖਾਉਣ ਵਾਸਤੇ ਈਡੀ ਨੇ 2 ਛਾਪੇ ਮਾਰੇ, ਔਰ ਸੁਖਪਾਲ ਖਹਿਰੇ ਦਾ ਤਾਂ ਕੁਝ ਸਾਬਤ ਵੀ ਨਹੀਂ ਕਰ ਸਕੇ। ਇਹਦੇ ਬਾਵਜੂਦ ਉਹਨੂੰ 69 ਦਿਨ ਅੰਦਰ ਰਹਿਣਾ ਪਿਆ। ਔਰ ਕਾਂਗਰਸ ਨੇ ਸੁਖਪਾਲ ਖਹਿਰੇ ਦੇ ਕੇਸ 'ਚ ਤਾਂ ਤਕਰੀਬਨ ਚੁੱਪ ਹੀ ਰਹੀ, ਮੜਮੀ ਜੀ ਜੀਭ ਨਾਲ ਹੀ ਬੋਲੀ, ਜਿਹੜਾ 69 ਦਿਨ ਇਸੇ ਕਰਕੇ ਅੰਦਰ ਰਿਹਾ। ਤੇ ਪਰ ਇਹ ਚੰਨੀ ਸਾਹਿਬ ਦੇ ਭਾਂਜੇ ਬਾਰੇ ਤਾਂ ਇਹ ਕਹਤਾ ਵੀ ਇਹ ਤਾਂ ਜੀ ਬੜਾ ਨਿਰਦੋਸ਼ ਹੈ, ਪੂਰੀ ਆਲ ਇੰਡੀਆ ਕਾਂਗਰਸ ਨੇ। ਸੋ ਇਹ ਤੋਂ ਪਤਾ ਲੱਗਦਾ ਹੈ ਵੀ ਪੁਲਿਸ ਦਾ ਜਾਂ ਇਹਨਾਂ ਏਜੰਸੀਆਂ ਦਾ, ਚਾਹੇ CBI ਹੈ, ਚਾਹੇ ਉਹ IB ਹੈ, ਚਾਹੇ ਉਹ CVC ਹੈ, ਚਾਹੇ ਉਹ NIA ਹੈ, ਵੀ ਇਹਨਾਂ ਦਾ ਕਿਵੇਂ ਦੁਰਉਪਯੋਗ ਕੀਤਾ ਜਾ ਰਿਹਾ ਹੈ। ਉਹ ਦੁਰਉਪਯੋਗ ਕਰਕੇ ਸਿਆਸੀ ਪਾਰਟੀਆਂ, ਇਸ ਕਰਕੇ ਫਿਰ ਉਹ ਜਿਹੜੇ ਪੁਲਿਸ ਦੇ ਵਿੱਚ ਵੀ ਆਪਸ ਵਿੱਚ ਵੀ ਝਗੜੇ ਹੁੰਦੇ ਨੇ ਇਹਨਾਂ ਦੇ ਅਫਸਰਾਂ ਦੇ, ਹਰੇਕ ਇੱਕ ਦੂਜੇ ਤੋਂ ਉੱਤੇ ਜਾਣਾ ਚਾਹੁੰਦਾ ਹੈ। ਇਸ ਕਰਕੇ ਜਿਹੜੇ ਥੋੜ੍ਹੇ ਜਿਹੇ ਪਿੱਛੇ ਹੁੰਦੇ ਨੇ ਉਹ ਫਿਰ ਜ਼ਿਆਦਾ ਡੈਂਡਕਾ ਖੜਕਾਉਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ 'ਤੇ, ਵੀ ਅਸੀਂ ਆਪਦੇ ਇਹਨਾਂ ਦੀਆਂ ਅੱਖਾਂ ਦੇ ਤਾਰੇ ਬਣੀਏ। ਸੋ ਇਹ ਸਾਰਾ ਕੁਝ ਹੋ ਰਿਹਾ ਹੈ। ਹੁਣ ਜੇ ਤੁਸੀਂ ਇਹ ਘਟਨਾ ਦੇਖੀ ਜਿਹਦੀ ਤੁਸੀਂ ਰੈਫਰੈਂਸ ਦੇ ਰਹੇ ਹੋ, ਜਿਹਦਾ ਹਵਾਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ, ਇਹ ਘਟਨਾਕ੍ਰਮ ਨੂੰ ਅਸੀਂ ਕਿਸੇ ਤਰੀਕੇ ਨਾਲ ਜੋੜਨ ਦੀ ਲੋੜ ਹੈ। ਜੇ ਅਸੀਂ ਪਹਿਲਾਂ ਦੇਖਾਂਗੇ ਵੀ ਤੇਜਿੰਦਰਪਾਲ ਸਿੰਘ ਬੱਗਾ ਦੀ ਜਿਹੜੀ ਉਹਨਾਂ ਨੇ ਗ੍ਰਿਫਤਾਰੀ ਕਰੀ ਦਿੱਲੀ 'ਚ ਜਾ ਕੇ, ਪੰਜਾਬ ਪੁਲਿਸ ਜਿਹੜੀ ਕਹਿੰਦੀ ਹੈ ਤੇਜਿੰਦਰਪਾਲ ਸਿੰਘ ਬੱਗਾ ਦਾ ਜਿਹੜਾ ਪਿਛੋਕੜ ਹੈ ਉਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਬੰਦੇ ਨੇ ਹਮੇਸ਼ਾ ਸੂਨ ਖੜੀ ਰੱਖੀ ਹੈ। ਤੇ ਜਿੰਨੀਆਂ ਪਿੱਛੇ ਪੰਜਾਬ 'ਚ ਘਟਨਾਵਾਂ ਹੋਈਆਂ ਨੇ ਉਹਦੇ ਪਿੱਛੇ ਸਿਰਸਾ ਸਾਹਿਬ ਜਿਹੜੇ ਨੇ, ਮਨਜਿੰਦਰ ਸਿੰਘ ਸਿਰਸਾ, ਸਾਰੇ ਇਹ ਉਹਨਾਂ ਦੇ ਨੇੜੇ ਦੇ ਨੇ। ਚਾਹੇ ਉਹ ਪਹਿਲਾਂ ਬਲਜਿੰਦਰਪਾਲ ਸਿੰਘ ਸੀਗਾ ਪਰਵਾਨਾ, ਭਾਵੇਂ ਇਹ ਹੈ, ਉਹ ਦੋਨੇ ਸਿਰਸਾ ਸਾਹਿਬ ਨੇ ਆਪ ਕਿਹਾ, ਅਸੀਂ ਨਹੀਂ ਕਹਿ ਰਹੇ, ਉਹ ਕਹਿੰਦੇ ਨੇ। ਤੇ ਉਸ ਦੇ ਵਿੱਚ ਜੇ ਅਸੀਂ ਦੇਖੀਏ, ਸਿਰਸਾ ਸਾਹਿਬ BJP 'ਚ ਚਲੇ ਗਏ ਨੇ, ਤੇ ਉਦੋਂ ਪਹਿਲਾਂ ਅਕਾਲੀ ਦਲ ਦੇ ਸੀ, ਟਿਕਟ BJP ਦੀ ਸੀ, ਲੜੇ ਸੀ ਚੋਣ। ਸੋ ਉਸ ਤੋਂ ਸਾਨੂੰ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਅੱਗ ਲਾਉਣ ਦੀ ਸਕੀਮ ਦੇ ਵਿੱਚ ਬੜਾ ਕੁਝ ਚੱਲ ਰਿਹਾ ਹੈ। ਬਲਜਿੰਦਰਪਾਲ ਨੇ ਪਹਿਲਾਂ ਮੁਕੱਦਮੇ ਕੋਰਟ ਦੇ ਵਿੱਚ ਹਮਲਾ ਕੀਤਾ, ਸੁਪਰੀਮ ਕੋਰਟ 'ਚ ਹਮਲਾ ਕੀਤਾ, ਤੇ ਇਸੇ ਤਰ੍ਹਾਂ ਹੀ ਦਿੱਲੀ 'ਚ ਕੇਸ ਰਜਿਸਟਰ ਕਰਾਇਆ ਮਲਵਿੰਦਰ ਸਿੰਘ ਮਾਲੀ ਤੇ, ਸ਼ਾਇਦ ਤੁਹਾਨੂੰ ਪਤਾ ਹੋਊਗਾ। ਇਹੀ ਬੱਗਾ ਹੀ ਸੀ। ਇਹ ਬੱਗਾ ਹਰ ਜਗ੍ਹਾ ਦੇ ਉੱਤੇ ਇਹੋ ਜਿਹੇ ਪੁੱਠੇ ਕੰਮ ਕਰਦਾ ਹੈ। ਇਹਦਾ ਮਤਲਬ ਹੈ ਇਹੋ ਜਿਹੇ ਪੁੱਠੇ ਕੰਮ ਕਰਨ ਵਾਸਤੇ BJP ਉਹਨੂੰ ਸ਼ਹਿ ਦਿੰਦੀ ਹੈ, ਹੋਰ ਤਾਂ ਕੋਈ ਗੱਲ ਨਹੀਂ। ਤੇ BJP ਦੀ ਜਿਹੜੀ ਉਹ ਸ਼ਹਿ ਹੈ ਉਸ ਨੂੰ ਮਿਲਦੀ ਹੈ, ਉਹ ਮਿਲਦੀ ਕਾਹਦੇ ਵਾਸਤੇ ਆ? ਹੁਣ ਜਿਵੇਂ ਕੱਲ੍ਹ ਉਹਨਾਂ ਨੇ ਕਹਿਤਾ ਜੀ ਸਾਡੀ ਤਾਂ ਪੱਗ ਵੀ ਨਹੀਂ ਬੰਨ੍ਹਣ ਦਿੱਤੀ, ਪਰ ਜਦੋਂ ਪੁਲਿਸ ਦੀ ਰਸਤੇ ਉਦੋਂ ਤੋਂ ਪੱਗ ਬੰਨੀ ਹੋਈ ਹੈ। ਇਹ ਕਹਿਣਾ ਤਾਂ ਮੁਸ਼ਕਿਲ ਹੈ ਵੀ ਉਹਨੂੰ ਪੱਗ ਬੰਨ੍ਹਣ ਦਿੱਤੀ ਜਾਂ ਨਾ ਦਿੱਤੀ, ਉਹਦੇ ਮਾਂ-ਬਾਪ ਸੱਚ ਬੋਲਦੇ ਨੇ ਜਾਂ ਝੂਠ ਬੋਲਦੇ ਨੇ। ਹੁਣ ਪੰਜਾਬ ਪੁਲਿਸ ਇਹ ਕਹਿੰਦੀ ਹੈ, ਜਦ ਬੱਗਾ ਦਾ ਇਹ ਕਿਰਦਾਰ ਹੈ, ਪੰਜਾਬ ਪੁਲਿਸ ਕਹਿੰਦੀ ਕਿ ਅਸੀਂ 5 ਵਾਰੀ ਉਹਨੂੰ ਸੰਮਨ ਭੇਜੇ ਨੇ, ਬਾਰ-ਬਾਰ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰੀ, ਉਹਦਾ ਆਉਣਾ ਫਰਜ਼ ਬਣਦਾ ਸੀ, ਉਹ ਨਹੀਂ ਆਇਆ ਤਾਂ ਅਰੈਸਟ ਕਰਨ ਦਾ ਇੱਕ ਤਰੀਕਾ ਹੈ। ਉਹਦੇ 'ਚ ਪੁਲਿਸ ਕਦੇ, ਪੰਜਾਬ ਪੁਲਿਸ ਕਹਿੰਦੀ ਹੈ, ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਜੇ ਅਸੀਂ ਇੱਕ ਟੀਮ ਉੱਥੇ ਜਨਕਪੁਰੀ ਥਾਣੇ 'ਚ ਵੀ ਭੇਜੀ ਸੀ ਇਹ ਦੱਸਣ ਵਾਸਤੇ, ਪਰ ਉਹਨਾਂ ਨੇ ਸਾਡਾ ਕੇਸ ਰਜਿਸਟਰ ਨਹੀਂ ਕਰਿਆ। ਜੇ ਪੁਲਿਸ ਦਾ ਕੇਸ ਰਜਿਸਟਰ ਨਹੀਂ ਕਰਦੀ ਤਾਂ ਆਮ ਬੰਦੇ ਦਾ ਕੀ ਕਰਦੀ ਹੋਊਗੀ?
ਇਹ ਤਾਂ ਤੁਸੀਂ ਆਪਿਆ ਹਸੀਨ ਬਾਗ ਦਾ ਜੋ ਕੁਝ ਹੋਇਆ, ਮੇਰੇ ਕੋਲ ਪੋਸਟਮਾਰਟਮ ਰਿਪੋਰਟਾਂ ਆਈਆਂ ਨੇ, ਮੈਂ ਦੇਖਿਆ ਜੋ ਕਹਿਰ ਕਾਫੀ ਹੋਇਆ ਹੈ ਉਹ ਤਾਂ ਕੋਈ ਬੋਲ ਨਹੀਂ ਸਕਦਾ। ਜੇ ਤੁਸੀਂ ਦਰਜ ਹੀ ਨਹੀਂ ਕਰਨੀ ਰਿਪੋਰਟ, 15 ਦਿਨ ਤੁਸੀਂ ਪੋਸਟਮਾਰਟਮ ਨਹੀਂ ਕਰਾਉਣਾ, ਤਾਂ ਫਿਰ ਗੜਬੜ ਤਾਂ ਹੋਣੀ ਹੈ ਕਿਤੇ ਨਾ ਕਿਤੇ, ਕੋਈ ਬਹਾਨਾ ਲਾ ਕੇ, ਕਦੇ ਕੋਈ ਬਹਾਨਾ ਲਾ ਕੇ। ਸੋ ਇਸ ਕਰਕੇ ਪੁਲਿਸ ਦਾ ਸਿਆਸੀਕਰਨ ਇਸ ਪੱਧਰ ਤੇ ਹੋ ਗਿਆ, ਕੱਲਾ ਸਿਆਸੀਕਰਨ ਹੀ ਨਹੀਂ ਹੋਇਆ। ਮੈਂ ਕਹਾਂਗਾ ਹੁਣ ਪੁਲਿਸ ਦੇ ਵਿੱਚ ਫਿਰਕਾ ਪ੍ਰਸਤੀ ਵੀ ਫੈਲਾਈ ਜਾ ਰਹੀ ਹੈ ਕਿਸੇ ਨਾ ਕਿਸੇ ਪੱਧਰ ਦੇ ਉੱਤੇ, ਕਿ ਉਹ ਐ ਨਹੀਂ ਹੈ ਵੀ ਉਹ ਸਿੱਧੇ ਫਿਰਕਾ ਪ੍ਰਸਤੀ ਦਾ ਕੰਮ ਕਰਦੇ ਨੇ। ਅਜੇ ਵੀ ਪੁਲਿਸ ਦਾ ਇਹੋ ਜਿਹਾ ਸਾਹਮਣੇ ਨਹੀਂ ਆਇਆ ਵੀ ਕਿਸੇ ਮੁਸਲਮਾਨ ਨੇ ਜਾਣਬੁੱਝ ਕੇ ਹਿੰਦੂਆਂ ਨੂੰ ਕੁਝ ਕਹਿਤਾ ਹੋਵੇ। ਪੁਲਿਸ ਦਾ ਜੇ ਕਿਰਦਾਰ ਇਹੋ ਜਿਹਾ ਜਾਂ ਡਾਕਟਰਾਂ 'ਚ ਆਇਆ ਇਹੋ ਜਿਹਾ, ਪੁਲਿਸ ਦਾ ਨਹੀਂ ਆਇਆ। ਬੀਜੇਪੀ ਦੇ ਡਾਕਟਰਾਂ 'ਚ ਇਹੋ ਜਿਹਾ ਆਇਆ ਸਾਹਮਣੇ, ਪਰ ਪੁਲਿਸ ਦਾ ਸਿਆਸੀਕਰਨ ਦੇ ਨਾਲ ਅੰਦਰੋਂ ਅੰਦਰੀ ਤਾਂ ਕਿਤੇ ਹੈਗਾ, ਅੰਦਰੋਂ ਅੰਦਰੀ ਕਿਤੇ ਖੁੰਦਕ। ਕਿਉਂਕਿ ਜੇ ਪੁਲਿਸ ਦਾ ਫਿਰਕਾ ਪ੍ਰਸਤੀਕਰਨ ਐਡਾ ਵੱਡਾ ਹੋਇਆ ਹੁੰਦਾ ਤਾਂ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ 84 'ਚ ਮਾਰਿਆ ਗਿਆ ਫੜ ਕੇ, ਜਾਂ ਮੁਕਾਬਲਿਆਂ 'ਚ ਮਾਰਿਆ ਗਿਆ, ਉਹ ਤਾਂ ਬਹੁਤੇ ਮੁਕਾਬਲਿਆਂ ਜਿਹੜੇ ਮਾਰੇ ਗਏ ਉਹ ਸਿੱਖਾਂ ਨਹੀਂ ਮਾਰੇ ਸੀ, ਸਿੱਖੀ ਮਰੇ। ਇੱਦਾਂ ਹੀ ਜਿਹੜੇ ਸੀਗੇ ਖਾੜਕੂ, ਉਹਨਾਂ ਨੇ ਜਿਹੜੇ ਮਾਰੇ ਪੁਲਿਸ ਵਾਲੇ, ਉਹ ਵੀ ਬਹੁਤੇ ਸਿੱਖ ਸੀਗੇ, ਦੂਜੇ ਵੀ ਸੀਗੇ। ਸੋ ਇਸ ਕਰਕੇ ਉਹ ਅਜੇ ਤੱਕ ਫਿਰਕਾ ਪ੍ਰਸਤੀ ਤਾਂ ਉਸ ਪੱਧਰ ਤੇ ਨਹੀਂ ਗਈ, ਪਰ ਸਿਆਸੀਕਰਨ ਆ ਗਿਆ। ਇਹ ਗੱਲ ਠੀਕ ਹੈ ਤੁਹਾਡੀ, ਜੋ ਤੁਸੀਂ ਸਿਆਸੀਕਰਨ ਕਿਹਾ। ਹੁਣ ਸਿਆਸੀਕਰਨ 'ਚ ਆਪਾਂ ਕੀ ਦੇਖੀਏ, ਪੰਜਾਬ ਇਹ ਕਹਿੰਦਾ ਅਸੀਂ ਉੱਥੇ ਗਏ, ਜੇ ਗਏ ਨੇ ਤਾਂ ਵਿਧੀਵਤ ਤਰੀਕਾ ਹੈ, ਉਹਨਾਂ ਨੂੰ ਦਰਜ ਕਰਕੇ ਉਹ ਜੋ ਦੋਸ਼ੀ ਪੰਜਾਬ ਪੁਲਿਸ ਕਹਿੰਦੀ ਆ ਉਹਨੂੰ ਦੇਣਾ ਚਾਹੀਦਾ ਸੀ। ਜੇ ਨਹੀਂ ਦਿੱਤਾ, ਉਹਨਾਂ ਦਾ ਕੇਸ ਨਹੀਂ ਦਰਜ ਕਰਿਆ ਤਾਂ ਜਾਤੀ ਕਰੀਏ। ਪਰ ਜਦ ਇਹ ਉਹਨਾਂ ਨੇ ਕੇਸ ਦਰਜ ਨਹੀਂ ਕਰਿਆ, ਇਹ ਚੁੱਕ ਲਿਆ, ਇਹ ਵੀ ਜਾਤੀ ਹੈ, ਕਿਉਂ ਚੁੱਕ ਕੇ ਲਿਆ? ਫਿਰ ਹਰਿਆਣੇ ਨੇ ਰੋਕ ਕੇ ਇਹਨਾਂ ਨੂੰ ਅਰੈਸਟ ਕਰ ਲਿਆ। ਉਹਨਾਂ ਨੇ ਕਹਿੰਦਾ ਸਾਡਾ ਤਾਂ ਕਿਡਨੈਪ ਕਰਕੇ ਗਏ ਨੇ। ਪੰਜਾਬ ਜਿਹੜੀ ਦਿੱਲੀ ਦੀ ਪੁਲਿਸ ਹੈ, ਜੇ ਪੰਜਾਬ ਪੁਲਿਸ ਦਾ ASP ਕਹਿੰਦਾ ਹੈ, DSP ਕਹਿੰਦਾ ਵੀ ਅਸੀਂ ਉੱਥੇ ਜਾ ਕੇ ਜੀ ਉਹਨਾਂ ਨੂੰ ਕਿਹਾ ਹੈ, ਦੱਸਿਆ ਹੈ, ਤੇ ਉਹ ਘੱਟੋ ਘੱਟ ਅਗਵਾ ਦਾ ਕੇਸ ਕਿਵੇਂ ਦਰਜ ਕਰ ਸਕਦੇ ਨੇ? ਪੁਲਿਸ ਨੂੰ ਕਹਿੰਦੇ ਵੀ ਪੁਲਿਸ ਨਜਾਇਜ਼ ਗ੍ਰਿਫਤਾਰ ਕਰਕੇ ਲੈ ਗਈ, ਕੁਝ ਹੋਰ ਕਹਿੰਦੀ, ਅਗਵਾ ਦਾ ਕੇਸ ਤਾਂ ਨਹੀਂ। ਕੁਰਕਸ਼ੇਤਰ 'ਚ ਰੋਕ ਲਿਆ ਕਿਉਂਕਿ BJP ਦੀ ਸਰਕਾਰ ਹੈ। ਇਸੇ ਤਰ੍ਹਾਂ ਹੀ ਜਗਨੇਸ਼ ਮਵਾਨੀ 'ਤੇ ਕੇਸ ਦਰਜ ਕਰਿਆ ਅਸਾਮ ਦੀ ਪੁਲਿਸ ਨੇ। ਅਸਾਮ ਦੀ ਪੁਲਿਸ ਆ ਕੇ ਗੁਜਰਾਤ ਤੋਂ ਚੁੱਕ ਕੇ ਲੈ ਗਈ। ਬਾਅਦ ਦੇ ਵਿੱਚ ਗੁਜਰਾਤ ਪੁਲਿਸ ਨੇ ਇਨਫਾਰਮ ਕਰਿਆ ਇਹ ਜਗਨੇਸ਼ ਮਵਾਨੀ MLA ਉੱਥੋਂ ਦਾ, ਲੀਡਰ ਹੈ, ਵਕੀਲ ਹੈ, ਉਹਨੇ ਆਪ ਬਿਆਨ ਦਿੱਤਾ ਕਿ ਇਹਨਾਂ ਨੇ ਬਾਅਦ 'ਚ ਇਨਫਾਰਮ ਕਰਿਆ, ਸਾਡੀ ਗੁਜਰਾਤ ਦੀ ਪੁਲਿਸ ਨੂੰ ਵੀ ਨਹੀਂ ਕਰਿਆ। ਕਹਿੰਦਾ ਕਿਉਂਕਿ ਮੈਨੂੰ ਕਹਿੰਦਾ FIR ਨਹੀਂ ਦਿਖਾਈ। ਇਹ ਮੇਰਾ ਵੀ ਤਜਰਬਾ ਹੈ, ਮੇਰਾ ਤਜਰਬਾ ਮੈਡੀਕਲ ਲੀਗਲ ਕੇਸਾਂ 'ਚ ਵੀ ਹੈ, ਮੇਰਾ ਨਿੱਜੀ ਤੌਰ 'ਤੇ ਵੀ ਤਜਰਬਾ ਹੈ ਵੀ ਪੁਲਿਸ ਜਮਾ ਨਜਾਇਜ਼ ਕਰਦੀ ਹੈ। ਪੁਲਿਸ ਜਦ ਕਿਸੇ ਬੰਦੇ ਨੂੰ, ਔਰ ਹੁਣ ਕਈ ਵਾਰੀ ਤਾਂ ਬੜੇ ਹੱਦ ਤੱਕ ਆਉਂਦੀ ਹੈ। ਇੱਕ ਵਾਰੀ ਮੈਂ ਕਿਸੇ ਕੇਸ 'ਚ ਗਵਾਹ ਸੀ, ਮੈਨੂੰ ਗਵਾਹੀ ਦੇ ਵਾਸਤੇ, ਉਹ ਸਰਕਾਰੀ ਤੌਰ 'ਤੇ ਨਹੀਂ ਸੀ ਗਵਾਹ, ਮੈਂ ਨਿੱਜੀ ਕੇਸ 'ਚ ਗਵਾਹ ਸੀ, ਮੇਰੇ ਝੂਠੇ ਸੰਮਨ ਕੱਢੀ ਗਏ, ਮੈਨੂੰ ਸਰਵ ਨਹੀਂ ਕਰੇ, ਫਿਰ ਵਾਰੰਟ ਕਢਾ ਦੇ, ਕਿਉਂਕਿ ਦੂਜੀ ਪਾਰਟੀ ਪੈਸੇ ਦਿੰਦੀ ਸੀ। 5 ਚਿੱਟ ਕਪੜੀਏ ਬੰਦੇ, ਔਰ ਹਾਈਟ ਇਹ ਆ ਵੀ ਅਦਾਲਤ ਵੀ ਮੇਰੀ ਗੱਲ ਨਹੀਂ ਸੁਣੀ, ਮੇਰੇ ਰੀੜ੍ਹ ਦੀ ਹੱਡੀ ਟੁੱਟੀ ਹੋਈ ਸੀ, ਮੈਂ PGI ਦੇ ਵਿੱਚ ਆਪਰੇਸ਼ਨ ਕਰਾਇਆ ਸੀ, ਗਿੱਟੇ ਦਾ ਗਿੱਟਾ ਵੀ ਟੁੱਟਿਆ ਹੋਇਆ ਸੀ, ਮੰਜੇ 'ਤੇ ਪਿਆ ਸੀ 3 ਮਹੀਨੇ, ਮੰਜੇ ਤੋਂ ਐਂ ਨਹੀਂ ਹਿੱਲਣਾ ਸੀ। ਅਦਾਲਤ ਕਿਉਂ ਰੜੀ ਹੋਈ? ਮੈਂ ਕਹਿੰਦਾ ਅਦਾਲਤ ਨੇ ਬਿਆਨ ਦੇ ਤਾਂ ਕੋਰਟ 'ਚ ਕਹਿਤਾ, ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਨੇ, ਕਿ ਮੈਂ ਤਾਂ ਉਹਨੂੰ ਉੱਥੋਂ ਮੰਜੇ ਤੋਂ ਸਨੇ ਮੰਜੇ ਚੁਕਵਾ ਲਿਆਉਂਗੀ, ਸਰਟੀਫਿਕੇਟ ਨਹੀਂ ਮੰਨੇ। ਇੱਥੇ ਚਿੱਟ ਕਪੜੀਏ ਪੁਲਿਸ ਦੇ ਆ ਗਏ, ਕਿਉਂਕਿ ਜਿਹੜਾ ਉਹਨਾਂ ਨੇ ਕੋਈ ਕਤਲ ਕਰਿਆ ਸੀ, ਜਿਨ੍ਹਾਂ ਤੇ ਮੇਰੀ ਗਵਾਹੀ ਸੀਗੀ, ਉਹ ਬੰਦਿਆਂ ਨੇ ਪੈਸੇ ਦਿੱਤੇ ਸੀ ਪੁਲਿਸ ਨੂੰ, ਉਹ ਸਾਨੂੰ ਫਸਾਉਣਾ ਚਾਹੁੰਦੇ ਸੀ। ਸ਼ਰੇਆਮ ਆ ਗਈ, ਔਰ ਹਾਈ ਕੋਰਟ ਦੇ ਹੁਕਮ 2 ਵਾਰੀ ਹੁਕਮ ਹੋਏ, ਅਦਾਲਤ ਨੇ ਮੰਨੇ ਨਹੀਂ, ਛੱਡਿਆ ਵਾਲੀ ਨੇ। ਹੁਣ ਤੁਸੀਂ ਕੀ ਕਰੋਗੇ? ਔਰ ਪੁਲਿਸ ਸ਼ਰੇਆਮ ਧੱਕੇ ਨਾਲ ਚੱਕਣ ਆ ਗਈ ਸੀ 5 ਚਿੱਟੇ ਕੱਪੜਿਆਂ 'ਚ। ਜੇ ਮੈਨੂੰ ਸੰਮਨ ਵੀ ਦੇਣ ਆ ਗਿਆ ਪੁਲਿਸ, ਮੰਨ ਲਓ ਮੈਨੂੰ ਅਰੈਸਟ ਵੀ ਕਰਨਾ ਗਿਆ, ਤਾਂ ਚਿੱਟੇ ਕੱਪੜਿਆਂ 'ਚ ਆਉਣ ਦੀ ਕੀ ਲੋੜ ਹੈ? ਪੁਲਿਸ ਦੀ ਵਰਦੀ ਚੋਣ ਬਾਕਾਇਦਾ। ਫਿਰ ਸੰਮਨ ਇੱਥੇ ਬਾਹਰ ਤੋਂ ਲੈ ਕੇ 66-67 ਸੈਕਸ਼ਨ ਤੱਕ ਹੈਗਾ ਵੀ ਤੁਸੀਂ ਬਾਈ ਰਜਿਸਟਰਡ ਪੋਸਟ ਭੇਜ ਸਕਦੇ ਹੋ, ਅਗਲੇ ਦੇ ਘਰੇ ਲਾ ਸਕਦੇ ਹੋ। ਫਿਰ ਤੁਸੀਂ ਸੈਸ਼ਨ ਜੱਜ, ਚੰਡੀਗੜ੍ਹ ਦੇ ਸੈਸ਼ਨ ਜੱਜ ਦੇ ਥਰੂ ਮੈਨੂੰ ਭੇਜ ਸਕਦੇ ਸੀ, ਕਿਉਂਕਿ ਉਹ ਸਿੱਧੇ ਸੰਮਨ ਆਇਆ ਮੈਨੂੰ ਭੇਜ ਹੀ ਨਹੀਂ ਸਕਦੇ ਜਿੰਨਾ ਚਿਰ ਇੱਥੋਂ ਦੀ ਅਦਾਲਤ ਨੂੰ ਨਹੀਂ ਦੱਸਦੇ, ਉਹ ਇੱਥੋਂ ਦੇ ਪੁਲਿਸ ਨੂੰ ਨਹੀਂ ਦੱਸਦੇ। ਸੋ ਇਹ ਪੁਲਿਸ ਜ਼ਿਆਦਤੀ ਕਰਦੀ ਹੈ। ਮੈਂ ਸਿਰਫ ਇਹ ਕਹਾਣੀ ਤਾਂ ਦੱਸੀ ਹੈ ਵੀ ਇਹ ਮੇਰਾ ਮੈਡੀਕਲ ਲੀਗਲ ਕੇਸਾਂ ਜਿੰਨੇ ਆਉਂਦੇ ਸੀ ਮੇਰੇ ਕੋਲ, ਉੱਥੇ ਵੀ ਮੈਂ ਦੇਖਦਾ ਸੀ ਜਿਮਨੀਆਂ ਕਿਵੇਂ ਇਹ ਜਿਹੜੇ ਮਰਡਰ ਹੁੰਦੇ ਨੇ ਉਹਨੂੰ ਸੂਈ ਸਕਦਾ। ਤੁਹਾਡੇ ਪਟਿਆਲੇ ਇੱਕ ਸਨੌਰ 'ਚ ਬੰਦਾ ਮਾਰਤਾ ਸੀ ਪੁਲਿਸ ਨੇ ਕੁੱਟ ਕੇ ਥਾਣੇ 'ਚ, ਤੇ ਉਹਦੇ ਬਾਪ ਦਾ ਮਰਡਰ ਉੱਤੇ ਪਾਇਆ ਹੋਇਆ ਸੀ, ਉਹ ਵੀ ਉਹ ਖੁਰਦ, ਕਿਉਂਕਿ ਦੂਜਿਆਂ ਨੇ ਜ਼ਮੀਨ ਹੋਣੀ ਸੀ ਉਹਦੀ। ਇਹੋ ਜਿਹੇ ਕੰਮ ਪੁਲਿਸ ਆਮ ਹੀ ਕਰਦੀ ਹੈ। ਅੱਜ ਹੀ ਤੁਸੀਂ ਪੜ੍ਹੀ ਸੁਣੀ ਹੋ ਖਬਰ ਵੀ 17 ਕਰੋੜ ਰੁਪਇਆ ਇੱਕ IAS ਅਫਸਰ ਦੇ ਘਰੋਂ ਮਿਲਿਆ, ਪੂਜਾ ਸਿੰਗਲਾ ਸਮਥਿੰਗ ਲਾਈਕ ਦੈਟ, ਜਿਹੜੀ ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ। ਉਹ ਜਿਹਾ ਜਿਹੜਾ ਜਦ ਤੁਸੀਂ ਇੱਦਾਂ ਐਡੇ ਜਿਹੜੇ ਕ੍ਰਾਈਮ ਕਰਨ ਵਾਲੇ, ਇਹ ਕ੍ਰਿਮੀਨਲ ਨੇ ਨਾ, ਇਹ ਕ੍ਰਾਈਮ ਨੇ, ਇਹ ਕ੍ਰਾਈਮ ਪੁਲਿਸ ਔਰ ਪ੍ਰਸ਼ਾਸਨ ਰਲ ਕੇ ਕਰਨ ਲੱਗ ਗਿਆ।
ਪੁਲਿਸ ਸਿੱਧਾ ਹੀ ਕਰਦੀ ਹੈ, ਸ਼ਰੇਆਮ ਕਰਦੀ ਹੈ, ਕੋਈ ਦੋ ਰਾਏ ਨਹੀਂ ਹੈਗੀਆਂ। ਉਹਦੇ ਵਿੱਚ ਪੰਜਾਬ ਪੁਲਿਸ ਨੇ ਜਿਹੜਾ ਕਰਿਆ, ਜੇ ਉਹਨਾਂ ਨੂੰ ਨਹੀਂ ਮਿਲਿਆ ਸੀ, ਇਹ ਸਾਰਾ ਦੇਖਣ ਦੀ ਲੋੜ ਹੈ। ਹਰਿਆਣੇ ਨੇ ਜਿਹੜਾ ਉਹਨਾਂ ਨੂੰ ਕਰਿਆ, ਫਿਰ ਉਹਨਾਂ ਨੂੰ ਅਗਵਾਕਾਰ ਕਹਿ ਕੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰੀ। ਉਹਨਾਂ ਨੇ ਹਾਈ ਕੋਰਟ 'ਚ ਰਿਟ ਪਾਈ, ਪੰਜਾਬ ਪੁਲਿਸ ਨੇ ਹਾਈ ਕੋਰਟ 'ਚ ਪਾਇਆ ਹਿਬਸ ਕੋਰਪਸ ਕਿ ਸਾਡੇ ਬੰਦਿਆਂ ਨੂੰ ਚੁੱਕੇ, ਉੱਥੇ ਮੁੱਕਰ ਗਏ, ਕਹਿੰਦੇ ਅਸੀਂ ਤਾਂ ਲੈ ਕੇ ਨਹੀਂ ਗਏ। ਹੁਣ ਜੇ ਉਹ ਲੈ ਕੇ ਨਹੀਂ ਗਏ, ਇੱਥੋਂ ASP ਗਿਆ, ਉਹਨੇ ਜਾ ਕੇ ਛੜਾਏ ਨੇ, ਜਾਂ ADGP ਕੌਣ ਗਿਆ, ਕੋਈ ਗਿਆ ਹੈ ਸੀਨੀਅਰ ਅਫਸਰ ਕੁਰਕਸ਼ੇਤਰ। ਜੇ ਉਹਨਾਂ ਨੇ ਦਿੱਲੀ ਪੁਲਿਸ ਉਹਨਾਂ ਨੂੰ, ਪੁਲਿਸ ਵਾਲਿਆਂ ਨੂੰ ਅਰੈਸਟ ਕਰਕੇ ਨਹੀਂ ਲੈ ਕੇ ਗਈ ਸੀ, ਫਿਰ ਇੱਥੇ ਮੁੱਕਰੇ ਕਿਉਂ? ਜੇ ਲੈ ਕੇ ਗਈ ਸੀ ਤਾਂ ਕਹਿੰਦੇ ਹਾਂਜੀ ਅਸੀਂ ਲੈ ਕੇ ਗਏ, ਕਿਉਂਕਿ ਇਹਨਾਂ ਨੇ ਅਗਵਾ ਕਰਿਆ ਸੀ। ਇੱਥੇ ਮੁੱਕਰੇ ਨੇ ਅਦਾਲਤ ਦੇ ਸਾਹਮਣੇ। ਅਦਾਲਤ ਨੂੰ ਪੰਜਾਬ ਨੇ ਆਖਿਆ ਵੀ ਸਾਨੂੰ ਉਹ ਬੱਗਾ ਜਿਹੜਾ ਹੈਗਾ ਉਹਨੂੰ ਹਰਿਆਣੇ 'ਚ ਹੀ ਰਹਿਣ ਦਿਓ, ਉਹ ਕਹਿੰਦੇ ਅਦਾਲਤ ਨੇ ਉਹ ਵੀ ਨਹੀਂ ਮੰਨਿਆ। ਅਦਾਲਤ ਨੇ ਦੋਹਾਂ ਦੀ ਗੱਲ ਨਹੀਂ ਸਹੀ ਮੰਨੀ, ਅਦਾਲਤ ਨੇ ਉਹਨਾਂ ਦੀ ਵੀ ਨਹੀਂ ਮੰਨੀ, ਕਿਉਂਕਿ ਉਹ ਕਹਿੰਦੇ ਅਸੀਂ ਤਾਂ ਜੀ ਲੈ ਕੇ ਹੀ ਨਹੀਂ ਗਏ, ਤਾਂ ਉਹ ਬੰਦੇ ਛੱਡ ਵੀ ਦਿੱਤੇ। ਪਰ ਸਵਾਲ ਹੈ ਵੀ ਲੈ ਕੇ ਤਾਂ ਗਏ, ਅਖਬਾਰਾਂ 'ਚ ਤਾਂ ਆ ਗਿਆ ਵੀ ਲੈ ਕੇ ਗਏ, ਜਾਂ ਤਾਂ ਉਹਨੂੰ ਕਾਊਂਟਰ ਕਰਦੀ ਨਾ ਪੁਲਿਸ। ਸੋ ਦਿੱਲੀ ਦੀ ਪੁਲਿਸ ਤਾਂ ਬਿਲਕੁਲ ਹੀ ਕ੍ਰਿਮੀਨਲਾਈਜ਼ ਹੋਈ ਹੈ। ਦਿੱਲੀ ਦੀ ਪੁਲਿਸ ਤਾਂ ਬਿਲਕੁਲ ਜੋ ਦਿੱਲੀ ਕਹਿੰਦੀ ਹੈ, ਜੋ ਹੋਮ ਮਿਨਿਸਟਰੀ ਕਹਿੰਦੀ ਹੈ। ਲਖੀਮਪੁਰ ਖੀਰੀ 'ਚ ਨਹੀਂ ਆਪਾਂ ਦੇਖਿਆ ਜੀ, ਲਖੀਮਪੁਰ ਖੀਰੀ 'ਚ ਕੀ ਹੋਇਆ ਸੀ? ਸਾਹਮਣੇ ਸ਼ਰੇਆਮ ਰਾਜ ਗ੍ਰਹਿ ਮੰਤਰੀ ਦੇ ਮੁੰਡੇ ਦੀ ਗੱਡੀ ਉੱਤੇ ਚੜੀ ਹੈ, ਹਾਈ ਕੋਰਟ ਦੇ ਜੱਜ ਸਾਹਿਬ ਦੇ, ਸੁਪਰੀਮ ਕੋਰਟ ਦੇ ਹੁਕਮ ਦੇ ਨਾਲ ਇਨਕੁਆਇਰੀ ਹੋਈ ਤੋਂ ਬਾਅਦ ਵੀ ਉਹਨੂੰ ਬੇਲ ਦਿੱਤੀ ਸੀ। ਇਹ ਤਾਂ ਸੁਪਰੀਮ ਕੋਰਟ ਨੇ ਬੇਲ ਕੈਂਸਲ ਕਰੀ ਹੈ। ਸੋ ਪੁਲਿਸ ਜਿਹੜੀ ਹੈ ਅੱਜ ਕ੍ਰਿਮੀਨਲਾਂ ਨੂੰ ਸ਼ੈਲਟਰ ਦਿੰਦੀ ਹੈ। ਪੁਲਿਸ ਕ੍ਰਿਮੀਨਲ ਨੂੰ ਨਹੀਂ ਫੜਦੀ, ਪੁਲਿਸ ਸ਼ਰੀਫ ਆਦਮੀ ਨੂੰ ਫੜਦੀ ਹੈ, ਔਰ ਸ਼ਰੀਫ ਆਦਮੀ ਤੇ ਝੂਠਾ ਕੇਸ ਬਣਾਉਂਦੀ ਹੈ। ਆ ਪਾਤੜਾਂ ਥਾਣੇ ਦਾ ਕੁੜੀ ਦਾ ਰੇਪ ਹੋ ਗਿਆ, ਉਹ ਵਿਚਾਰੀ ਸੁਈਸਾਈਡ ਕਰ ਗਈ, ਉਹਨੂੰ ਇੱਦਾਂ ਇੰਨਾ ਤੰਗ ਕਰ ਰਹੇ ਸੀ। ਇਹ 2012 ਦੀ ਗੱਲ ਹੈ, 13 ਦੀ, 12 ਸਤੰਬਰ ਅਕਤੂਬਰ ਦੀ। ਉਹ ਸੁਈਸਾਈਡ ਕਰ ਗਈ, ਕਿਤੇ ਜ਼ਮੀਨ ਵੇਚੀ, ਉਹਦੇ ਪੈਸੇ ਦਿੰਦਾ ਨਹੀਂ ਸੀ ਬੰਦਾ, ਤੇ ਉਹ ਬੰਦੇ ਨੂੰ ਕੁੱਟ-ਕੁੱਟ ਕੇ ਥਾਣੇ ਵਾਲਿਆਂ ਨੇ ਫੜ ਕੇ ਉਹਦਾ ਹਾਲ ਬੁਰਾ ਕਰਤਾ ਸੀ। ਜਸਟਿਸ ਸੂਡਨ ਨੂੰ 'ਚ ਦਖਲਅੰਦਾਜ਼ੀ ਦੇਣੀ ਪਈ ਕੋਰਟ 'ਚ ਰਿਟ ਪੈਣ ਦੇ ਉੱਤੇ ਕਿ ਵੀ ਇਹਨਾਂ ਨੂੰ ਦਿਓ ਸਜ਼ਾ। ਸੋ ਜੇ ਪੁਲਿਸ ਆਹ ਕੁਛ ਕਰ ਰਹੀ ਹੈ ਕਿ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਦੇ ਨਾਲ ਰਲਦੀ ਹੈ, ਤੇ ਜਿਹੜਾ ਵਿਚਾਰਾ ਸ਼ਰੀਫ ਹੈ ਉਹਨੂੰ ਤੰਗ ਕਰਦੀ ਹੈ, ਤੇ ਫਿਰ ਜਿੱਦਾਂ ਸਟੇਟ ਕਹਿੰਦੀ ਹੈ, ਜਿਹੜਾ ਤੁਹਾਡਾ ਸਵਾਲ ਹੈ ਵੀ ਸਿਆਸੀ ਕਰਨ, ਜਿੱਦਾਂ ਸਟੇਟ ਕਹਿੰਦੇ ਉੱਧਰ ਤੁਹਾਨੂੰ ਜਮਾਂ ਹੀ ਖੁੱਡ ਹੁੰਦੀ ਹੈ, ਫਿਰ ਤਾਂ ਕੋਈ ਰੌਲਾ ਹੀ ਨਹੀਂ। ਸੋ ਅੱਜ ਤਿੰਨੇ ਪੁਲਿਸਾਂ ਕਟਹਿਰੇ 'ਚ ਨੇ, ਹਾਲਾਂਕਿ ਉਹ ਵੀ ਹੈ। ਇਹ ਤਿੰਨਾਂ ਪੁਲਿਸਾਂ ਦਾ ਇੱਕੋ ਨਿਪਟਾਰਾ ਤਾਂ ਹੋਊਗਾ ਜੇ ਇਹਦੀ ਸਿਆਸੀ ਕੋਈ ਐਗਜ਼ੈਕਟਿਵ, ਜਿਹੜੀ ਪੋਲੀਟੀਕਲ ਐਗਜ਼ੈਕਟਿਵ ਕਰੇ ਇਨਕੁਆਇਰੀ, ਤਾਂ ਵੀ ਕੋਈ ਇਨਸਾਫ ਨਹੀਂ ਮਿਲਣਾ। ਜੇ ਬਿਊਰੋਕਰੈਟਿਕ ਕਰੇਗੀ ਤਾਂ ਵੀ ਨਹੀਂ ਮਿਲਣਾ, ਜੇ ਪੁਲਿਸ ਵਾਲੀ ਬਿਊਰੋਕ੍ਰੇਸੀ ਕਰੇਗੀ ਤਾਂ ਵੀ ਨਹੀਂ ਮਿਲਣਾ। ਇਹਦਾ ਤਾਂ ਹੀ ਮਿਲੂ ਜੇ ਜੁਡੀਸ਼ੀਅਲ ਇਨਕੁਆਇਰੀ ਹੋਵੇ। ਇਹ ਕਿਉਂਕਿ ਐਡਾ ਵੱਡਾ ਘਟਨਾਕ੍ਰਮ ਹੈ, 3 ਸਟੇਟਾਂ, ਇੱਕ ਜਿਹਦੇ ਵਿੱਚ ਕੇਂਦਰ ਦੇ ਅੰਡਰ ਹੈ ਪੁਲਿਸ, ਇਹਨਾਂ ਤਿੰਨਾਂ ਦਾ ਆਪਸ ਵਿੱਚ ਕੌਨਫਲਿਕਟ ਹੈ, ਆਪਸ ਵਿੱਚ ਝਗੜਾ ਹੈ, ਇੱਕ ਦੂਜੇ ਤੇ ਦੋਸ਼ ਆਰੋਪਣ ਹੈ। ਇਹ ਤਿੰਨਾਂ ਦਾ ਕੌਣ ਕਿੰਨਾ ਗਲਤ ਹੈ, ਇਹ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਨਹੀਂ ਦੇਸ਼ ਦਾ ਜਿਹੜਾ ਕਾਨੂੰਨ ਹੈ, ਅਮਨ ਕਾਨੂੰਨ ਦੀ ਸਥਿਤੀ ਉਹ ਜਮਾਂ ਹੀ ਟੁੱਟ ਜਾਣੀ ਹੈ, ਕਿਉਂਕਿ ਪੁਲਿਸ ਕੋਲ ਤਾਂ ਹਥਿਆਰ ਨੇ, ਪੁਲਿਸ ਨੇ ਵਰਦੀ ਪਾਈ ਹੋਈ ਹੈ, ਪੁਲਿਸ ਫਿਰ ਜਿਹਨੂੰ ਮਰਜ਼ੀ ਫੜ ਕੇ ਮਾਰ ਦੇਗੀ, ਜਿਹਨੂੰ ਮਰਜ਼ੀ ਕਰਕੇ ਅੰਦਰ ਕਰ ਲੇਗੀ। ਪੁਲਿਸ ਨੂੰ ਇੰਨੀ ਬੇਦਗਾਮੀ ਦੇਣੀ, ਤਿੰਨਾਂ ਪੁਲਿਸਾਂ ਨੇ ਗਲਤੀ ਕਰੀ ਹੋਈ ਹੈ ਕਿਤੇ ਨਾ ਕਿਤੇ, ਤੇ ਤਿੰਨਾਂ ਨੂੰ ਕਟਹਿਰੇ 'ਚ ਆਉਣਾ ਚਾਹੀਦਾ। ਮੈਂ ਡਾਕਟਰ ਸਾਹਿਬ ਇਸੇ ਤੇ ਆਉਣਾ ਸੀਗਾ ਕਿ ਪੁਲਿਸ ਦਾ ਬੇਲਗਾਮ ਹੋਣਾ ਕਿਸੇ ਵੀ ਜਾਂਚ ਏਜੰਸੀ ਦਾ। ਜਿਵੇਂ ਹੁਣ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਅਸੀਂ ਸੱਤਾ ਦੇ ਵਿੱਚ ਬਦਲਾ ਨਹੀਂ, ਬਦਲਾਅ ਦੇ ਲਈ ਆਏ ਹਾਂ, ਅਸੀਂ ਬਦਲਾਅ ਚਾਹੁੰਦੇ ਹਾਂ। ਇਹ ਕਹਿੰਦੇ ਕਿ ਜੇ ਕੋਈ ਇਸ ਤਰ੍ਹਾਂ ਦੂਸ਼ਣਬਾਜ਼ੀ ਕਰਦਾ, ਮਤਲਬ ਕਿ ਅਸੀਂ ਆਪਣੀ ਚਾਲ ਜਿਹੜੀ ਹੈ ਉਹ ਬਦਲਾਅ ਵਾਲੇ ਪਾਸੇ ਰੱਖਣੀ ਹੈ, ਅਸੀਂ ਵਿਕਾਸ ਕਰਨਾ, ਸਾਨੂੰ ਇਹਨਾਂ ਝੂਠੇ ਪਰਚਿਆਂ ਤੱਕ ਕੋਈ ਮਤਲਬ ਨਹੀਂ। ਪਰ ਜਦੋਂ ਇਦਾਂ ਦਾ ਐਕਸ਼ਨ ਲੈਂਦੇ ਨੇ, ਠੀਕ ਹੈ, ਇੱਕ ਪੁਲਿਸ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ, ਪਰ ਜਦੋਂ ਤੁਸੀਂ ਉਸ ਕੰਟਰੋਲ ਨੂੰ ਹਾਵੀ ਹੋ ਕੇ ਕਰੋਗੇ ਤਾਂ ਕੱਲ ਨੂੰ ਇਹ ਵੀ ਨਤੀਜੇ ਆਉਣਗੇ ਕਿ ਜਿਵੇਂ ਹੁਣ MLA ਪੰਜਾਬ ਦੇ ਉਹ ਵੀ ਕਹਿੰਦੇ ਫਿਰਦੇ ਨੇ ਕਿ ਸਾਡੀ ਮਰਜ਼ੀ ਦੇ ਜਿਹੜੇ ਪੁਲਿਸ ਅਧਿਕਾਰੀ ਲਾਓ, ਸਾਡੀ ਮਰਜ਼ੀ ਦੇ ਅਧਿਕਾਰੀ ਲਾਓ ਸਾਡੇ ਆਲੇ ਦੁਆਲੇ ਜਾਂ ਸਾਡੇ ਉੱਥੇ ਹਲਕੇ ਦੇ ਵਿੱਚ, ਤਾਂ ਕਿ ਅਸੀਂ ਉਹਨਾਂ ਤੋਂ ਕੰਮ ਕਰਾ ਸਕੀਏ, ਤੇ ਉਹ ਕੱਲ ਨੂੰ ਉਹਦੇ ਨਤੀਜੇ ਫਿਰ ਪਿਛਲੀਆਂ ਸਰਕਾਰਾਂ ਵਰਗੇ ਨਿਕਲ ਆਉਣਗੇ ਹੌਲੀ ਹੌਲੀ। ਨਹੀਂ, ਜਿਹੜੇ ਮੰਗੀ ਗਲਤ ਹੈ, ਇਹ ਮੰਗੀ ਗਲਤ ਹੈ। ਜੇ ਆਪ ਪਾਰਟੀ ਕਹਿੰਦੀ ਆ ਅਸੀਂ ਬਦਲਾਅ ਦੀ ਗੱਲ ਕਰਦੇ ਹਾਂ, ਇਹਨਾਂ ਨੇ ਕੀ ਲੈਣਾ, ਜਿਹੜਾ ਮਰਜ਼ੀ ਸੱਚ ਹੋਵੇ। ਜੇ ਗਲਤ ਗੱਲ ਕਰਨਗੇ ਉਹਨੂੰ ਚੇਪੀ ਲਾ ਦੇਣ ਵੀ ਆ ਜਾ ਫਿਰ ਕਰਕੇ ਦਿਖਾ ਤੂੰ। ਉਹਨਾਂ ਨੇ ਆਪਦੀ ਮਰਜ਼ੀ ਦਾ ਤਾਂ ਹੀ ਲਵਾਉਣਾ ਚਾਹੁੰਦੇ ਨੇ ਵੀ ਉਹ ਤਾਂ ਮਰਜ਼ੀ ਦੇ ਕੰਮ ਕਰਾਉਣਾ ਚਾਹੁੰਦੇ ਨੇ, ਜਿਹਨੂੰ ਮਰਜ਼ੀ ਫੜਾ ਦੋ। ਨਹੀਂ ਤਾਂ ਲੋੜ ਕੀ ਹੈ ਮਰਜ਼ੀ ਦੀ, ਕਾਨੂੰਨ ਦੇ ਹਿਸਾਬ ਨਾਲ ਹੋਣਾ ਚਾਹੀਦਾ। ਕੱਲ ਨੂੰ ਇਹ ਕਹਿਣਗੇ ਡਾਕਟਰ ਸਾਡੀ ਮਰਜ਼ੀ ਦੇ ਲਾਓ ਤਾਂ ਕਿ ਮੈਡੀਕਲ ਪਰਚਾ ਵੀ ਅਸੀਂ ਉਹੀ ਜਿਹਾ ਕਟਾਈਏ। ਪਰਸੋਂ ਨੂੰ ਕਹਿਣਗੇ SDM ਵੀ ਸਾਡੀ ਮਰਜ਼ੀ ਦੇ ਲਾਓ ਤਾਂ ਕਿ ਉਹਦੀ ਜ਼ਮਾਨਤ ਹੋਣੀ ਨਹੀਂ ਹੋਣੀ, ਉਹ ਉਹਦੇ ਕੋਲ ਪੇਸ਼ ਹੋਇਆ ਕੀ ਹੋਇਆ, ਡੇਟ ਪੇਸ਼ ਕਰਕੇ ਪਹਿਲੀ ਡੇਟ ਜੋ ਵੀ ਕਰਨਾ ਵੀ ਉਹ ਅਸੀਂ ਕਰੀਏ, ਫਿਰ ਤਾਂ ਸਾਹੀ ਸਫੇਦੀ ਹੋ ਗਈ। ਫਿਰ ਜਿਹੜਾ ਪ੍ਰਸ਼ਾਸਨ ਉਹ ਰਹਿ ਕਿੱਥੇ ਗਿਆ। ਸੋ ਇਸ ਕਰਕੇ ਜੇ ਚੰਗਾ ਪ੍ਰਸ਼ਾਸਨ ਦੇ ਨਾਲ ਨਾ, ਤੁਸੀਂ ਕਹਿੰਦੇ ਬਿਲਕੁਲ ਨਹੀਂ, ਜਿੱਡਾ ਮਰਜ਼ੀ ਦੋਸ਼ੀ ਹੈ। ਸਾਡੇ ਹਿੰਦੁਸਤਾਨ ਦਾ ਸੰਵਿਧਾਨ ਇਹ ਕਹਿੰਦਾ ਹੈ ਵੀ 100 ਦੋਸ਼ੀ ਬਚ ਜੇ ਫਿਰ ਬਰਦਾਸ਼ਤ ਕੀਤਾ ਜਾ ਸਕਦਾ ਹੈ, ਪਰ ਇੱਕ ਨਿਰਦੋਸ਼ ਨੂੰ ਧੱਕੇ ਨਾਲ ਸਜ਼ਾ ਨਾ ਮਿਲਦੀ।
ਜੇ ਆਹ ਕੁਛ ਕਰਨਗੇ ਤੇ ਫਿਰ ਤਾਂ ਧੱਕੇ ਨਾਲ ਸੱਦੇ ਦਿੰਦੇ ਪਹਿਲਾਂ ਕਾਂਗਰਸ ਕਰਦੀ ਆਈ ਹੈ, ਅਕਾਲੀ ਇਹੀ ਕਰਦੇ ਆਏ ਨੇ, ਆਪਦੀ ਮਰਜ਼ੀ ਦੇ ਐਸਐਚਓ ਲਾਉਂਦੇ ਰਹੇ ਨੇ, ਤੇ ਹੁਣ ਇਹ ਲਾਉਣੇ ਚਾਹੁੰਗੇ। ਤੇ ਫਿਰ ਜੇ ਐਂ ਕਰਨਾ, ਜੇ ਐਮਐਲਏ ਦਾ ਹੀ ਚੱਲਣਾ ਹੈ, ਫਿਰ ਤਾਂ ਹੁਣ ਇਹ ਪਿੱਟਦੇ ਕਿਉਂ ਨੇ? ਤੁਸੀਂ ਦੇਖੋ ਪੋਲੀਟੀਕਲ ਪਾਰਟੀਆਂ ਦਾ ਹਾਲ ਕੀ ਹੋ ਗਿਆ। ਇਹਨਾਂ ਦੇ ਐਮਐਲਏ ਜਾ ਕੇ ਘੁੱਗੂ ਜਿਹਾ ਲੈ ਕੇ ਵੀ ਦੱਸ ਤੂੰ ਕੀ ਕਰਨਾ, ਛਾਪੇ ਮਾਰਨ ਲੱਗੇ ਸੀ। ਫਿਰ ਭਗਵੰਤ ਮਾਨ ਨੇ ਸ਼ਾਇਦ ਬਾਅਦ ਦੇ ਵਿੱਚ ਹਟਾਉਣ ਠੁਟਾਉਣ ਦੀ ਗੱਲ ਕਰੀ। ਇਹਨਾਂ ਨੂੰ ਛਾਪੇ ਮਾਰਨ ਦਾ ਐਮਐਲਏ ਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ, ਮੈਂ ਤੁਹਾਨੂੰ ਹੁਣ ਕਹਿਣਾ। ਪਹਿਲਾਂ ਉਹ ਸ਼ੁਰੂ ਕਰਿਆ ਸੀ ਇਹਨਾਂ ਨੇ ਜਿਹੜੇ ਬੈਂਸ ਬ੍ਰਦਰ ਸੀਗੇ। ਹੁਣ ਬਾਜਵਾ ਸਾਹਿਬ ਨੇ ਕਹਿੰਦਾ ਮੈਂ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ, ਉਹ ਆਏ ਨਹੀਂ, ਤੇ ਮੈਂ ਹੁਣ ਮਰਿਆਦਾ ਮਤਾ ਲੈ ਕੇ ਆਉਂ। ਬਾਜਵਾ ਸਾਹਿਬ ਨੂੰ ਬਤੌਰ ਐਲਓਪੀ ਵੀ ਪੁਲਿਸ ਅਧਿਕਾਰੀਆਂ ਦੀ ਜਾਂ ਕਿਸੇ ਹੋਰ ਮਹਿਕਮੇ ਦੀ, ਸੌਰੀ ਪੁਲਿਸ ਨਹੀਂ, ਮਹਿਕਮੇ ਦੇ ਅਧਿਕਾਰੀਆਂ ਦੀ, ਕਿਸੇ ਅਧਿਕਾਰੀਆਂ ਦੀ ਮੀਟਿੰਗ ਬੁਲਾਉਣ ਦਾ ਕੋਈ ਹੱਕ ਨਹੀਂ, ਬਿਲਕੁਲ ਨਹੀਂ। ਕਿਸੇ ਐਮਐਲਏ ਨੂੰ ਕੋਈ ਹੱਕ ਨਹੀਂ ਵੀ ਉਹ ਅਧਿਕਾਰੀਆਂ ਦੀ ਮੀਟਿੰਗ ਬੁਲਾਵੇ। ਐਮਐਲਏ ਦੇ ਹੱਕ ਡਿਫਾਈਨਡ ਨੇ। ਤੁਸੀਂ ਜਾ ਕੇ ਗੈਰ ਕਾਨੂੰਨੀ ਤਾਂ ਤੁਸੀਂ ਆਪ ਕਰ, ਤੁਸੀਂ ਕਿਉਂ ਹੋਏ ਹੋ? ਤੁਸੀਂ ਤਾਂ ਕਾਨੂੰਨ ਬਣਾਉਣਾ, ਤੁਸੀਂ ਕਾਨੂੰਨ। ਹੁਣ ਜੇ ਆਪੋਜੀਸ਼ਨ ਵੀ ਇਸ ਗੱਲ ਤੇ ਆ ਗਈ ਵੀ ਸਾਡੇ ਕਹੇ ਤੋਂ ਅਧਿਕਾਰੀਆਂ ਨੂੰ ਆਉਣਾ ਚਾਹੀਦਾ, ਇਹਨਾਂ ਵਾਲੇ ਅਧਿਕਾਰੀਆਂ ਨੂੰ ਡੰਡਕਾ ਫੇਰਨ ਦੀ ਗੱਲ ਹੀ ਹੈ ਇਹ। ਕਿਉਂ ਅਧਿਕਾਰੀ ਆਉਣ ਕਿਸੇ ਦੇ ਐਮਐਲਏ ਕਹੇ ਤੋਂ ਵੀ ਤੂੰ ਆ? ਸਰਕਾਰ ਚਿੱਠੀ ਕੱਢੇ, ਉਹਦਾ ਮਹਿਕਮਾ ਚਿੱਠੀ ਕੱਢੇ ਵੀ ਫਲਾਣਾ ਐਮਐਲਏ ਆਊਗਾ, ਤੁਸੀਂ ਉੱਥੇ ਇਕੱਠੇ ਹੋਣਾ। ਅਧਿਕਾਰੀ ਜਿਹੜੇ ਨੇ ਆਪਦੇ ਮਹਿਕਮਿਆਂ ਦੇ ਅੰਡਰ ਨੇ, ਉਹ ਐਮਐਲਏ ਦੇ ਅੰਡਰ ਨਹੀਂ ਹੈਗੇ। ਐਮਐਲਏ ਆਪਦੀ ਪਾਰਟੀ ਦੇ ਮਿਨਿਸਟਰ ਨੂੰ ਕਹੇ ਜੀ ਮੈਂ ਉੱਥੇ ਜਾਣਾ, ਤੁਸੀਂ ਆਪਦੇ ਅਧਿਕਾਰੀ ਭੇਜੋ, ਤੁਸੀਂ ਚਿੱਠੀ ਕੱਢੋ ਮਹਿਕਮਿਆਂ ਨੂੰ, ਇਹਨਾਂ ਨੂੰ ਕਢਵਾ ਦੇ। ਜਿਹੜਾ ਅਧਿਕਾਰੀ ਕਿਸੇ ਬਾਹਰਲੇ ਬੰਦੇ ਦੇ ਕਹੇ ਤੋਂ, ਚਾਹੇ ਐਮਐਲਏ ਵੀ ਕਿਉਂ ਨਾ ਹੋਵੇ, ਸਵਾਏ ਕਿਸੇ ਮਿਨਿਸਟਰ ਦੇ, ਕਿਉਂਕਿ ਮਿਨਿਸਟਰ ਐਗਜ਼ੈਕਟਿਵ ਹੈ, ਸਵਾਏ ਸੀਐਮ ਦੇ ਕਹੇ ਤੋਂ ਬਗੈਰ, ਜਾਂ ਗਵਰਨਰ ਸਾਹਿਬ ਦੇ ਹੁਕਮ ਤੋਂ ਬਗੈਰ, ਜਾਂ ਫਿਰ ਆਪਦੇ ਮਹਿਕਮੇ ਦੇ ਸਿੱਧੇ ਹੁਕਮਾਂ ਤੋਂ ਬਗੈਰ ਕੋਈ ਅਧਿਕਾਰੀ ਨੂੰ ਬੁਲਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ ਇਸ ਤਰੀਕੇ ਨਾਲ। ਐਂ ਤਾਂ ਫਿਰ ਹਰੇਕ ਹੀ ਬੁਲਾਉਣ ਲੱਗ ਜੂਗਾ। ਸੋ ਜਿਨ੍ਹਾਂ ਨੂੰ, ਜਿਹੜਾ ਕਾਨੂੰਨ, ਨਿਯਮ ਕਾਨੂੰਨ ਦਾ ਮਤਲਬ ਇਹ ਨਹੀਂ ਹੈ ਵੀ ਪੋਲੀਟੀਕਲ ਲੀਡਰਸ਼ਿਪ ਜੋ ਮਰਜ਼ੀ ਕਰੇ। ਨਿਯਮ ਕਾਨੂੰਨ ਦਾ ਮਤਲਬ ਇਹ ਹੈ ਕਿ ਉਹ ਆਪ ਨਿਯਮਾਂ ਕਾਨੂੰਨਾਂ ਨਾਲ ਚੱਲੇ। ਕਿਸੇ ਐਮਐਲਏ ਨੂੰ ਲੱਗਦਾ ਹੈ ਕਿ ਮੈਂ ਕਿਸੇ ਦਫ਼ਤਰ ਗਿਆ ਸੀ, ਮੇਰੀ ਜੋ ਮਾਨ ਤਾਨ ਜਿਹੜਾ ਕਰਨਾ ਹੁੰਦਾ ਹੈ, ਲਿਖਿਆ ਹੋਇਆ ਪ੍ਰੋਟੋਕੋਲ ਆਉਂਦੀ, ਉਹ ਨਹੀਂ ਕਰਿਆ ਇਸ ਅਧਿਕਾਰੀ ਨੇ, ਉਹ ਮਰਿਆਦਾ ਮਤਾ ਲਿਆ ਸਕਦਾ ਹੈ। ਉਹਦੇ ਅਗੇਂਸਟ ਕਮੇਟੀ ਦੇ ਵਿੱਚ ਉਹਨੂੰ ਜਵਾਬ ਦੇਣਾ ਪਏਗਾ ਅਧਿਕਾਰੀ ਨੂੰ। ਵੱਡੇ ਵੱਡੇ ਆਈਏਐਸ ਅਫਸਰਾਂ ਨੂੰ, ਕਮਿਸ਼ਨਰਾਂ ਨੂੰ, ਫਾਈਨੈਂਸ਼ੀਅਲ ਕਮਿਸ਼ਨਰਾਂ ਨੂੰ ਸੰਮਨ ਕਰ ਸਕਦੀ ਹੈ ਵਿਧਾਨ ਸਭਾ ਦੀ ਕਮੇਟੀ। ਮਰਿਆਦਾ ਕਮੇਟੀ ਹੁੰਦੀ ਹੈ, ਉਹ ਮਰਿਆਦਾ ਕਮੇਟੀ 'ਚ ਲਿਆ ਸਕਦਾ ਕਿ ਜੀ ਇਹਨੇ, ਮੈਂ ਗਿਆ ਉੱਥੇ, ਇਹਨੇ ਤਾਂ ਮੇਰੀ ਬੇਇੱਜ਼ਤੀ ਕਰੀ ਆ। ਜਿਵੇਂ ਆਹ ਕੁਲਤਾਰ ਸਿੰਘ ਸੰਧਵਾ ਜਿਹੜੇ ਹੁਣ ਖੁਦ ਸਪੀਕਰ ਨੇ, ਇਹਨਾਂ ਦੀ ਹੋ ਗਈ ਸੀ ਲੜਾਈ ਏਡੀਸੀ ਨਾਲ, ਔਰ ਉਹ ਏਡੀਸੀ ਗਲਤ ਸੀ। ਸੰਧਵਾ ਸਾਹਿਬ ਠੀਕ ਸੀਗੇ, ਏਡੀਸੀ ਗਲਤ ਸੀ। ਮੈਂ ਉਦੋਂ ਵੀ ਕਿਹਾ ਸੀ ਵੀ ਏਡੀਸੀ ਨੂੰ ਤਾਂ ਹਿੰਮਤ ਹੀ ਨਹੀਂ ਪੈਣੀ ਚਾਹੀਦੀ ਸੀ ਇੱਦਾਂ ਕਰਨ ਦੀ। ਇੱਕ ਐਮਐਲਏ ਗਿਆ, ਉਹਨਾਂ ਕੋਲ ਕੋਈ ਨਹੀਂ ਜੀ, ਬੈਠੋ, ਤੁਹਾਨੂੰ ਲੇਟ ਹੋਣਾ, ਤੁਸੀਂ ਉਹਨਾਂ ਸੁਨੇਹਾ ਭੇਜਿਆ ਜੀ, ਕਿਰਪਾ ਕਰਕੇ ਕਮਰੇ 'ਚ ਬੈਠੋ। ਤੁਸੀਂ ਆਫਿਸ ਕਾਹਦੇ ਵਾਸਤੇ ਬਣਿਆ? ਆਫਿਸ ਕੋਈ ਏਡੀਸੀ ਦਾ ਥੋੜ੍ਹਾ ਹੈ, ਨਾਲ ਦੇ ਕਮਰੇ 'ਚ ਬਿਠਾਓ, ਤੁਸੀਂ ਕਹੋ ਉਹਨਾਂ ਨੂੰ ਬਿਠਾਓ, ਤੁਸੀਂ ਕੁਰਸੀ ਤੇ ਐਮਐਲਏ ਨਹੀਂ ਚੁਣੇ ਹੋਏ ਹੋ ਕਿ ਜੀ ਮੈਂ ਜਰਾ ਬਿਜ਼ੀ ਹਾਂ, ਮੈਂ ਥੋੜ੍ਹੀ ਦੇਰ ਤੁਹਾਡੇ ਨਾਲ ਗੱਲ ਕਰਦਾ। ਇਹ ਕੋਈ ਤਰੀਕਾ ਨਹੀਂ ਵੀ ਤੂੰ ਕੌਣਾ ਵੀ ਆ ਗਿਆ, ਐਮਐਲਏ ਚੁਣਿਆ ਹੋਇਆ ਉਹ। ਤੁਸੀਂ ਐਮਐਲਏ ਛੱਡੋ, ਪਿੰਡ ਦਾ ਕੋਈ ਬੰਦਾ ਵੈਸੇ ਆਉਂਦਾ, ਉਹ ਮੈਨੂੰ ਆ ਕੇ ਪੁੱਛਦਾ ਹਸਪਤਾਲ 'ਚ ਕਿ ਡਾਕਟਰ ਸਾਹਿਬ ਮਰੀਜ਼ ਦਾਖਲ ਸੀਗੇ, ਕਹਿੰਦਾ ਵੀ ਮੇਰਾ ਇਲਾਜ ਨਹੀਂ ਹੋ ਰਿਹਾ। ਥੋੜ੍ਹੇ ਖਿਆਲ ਮੈਂ ਕਹਿੰਦਾ ਵੀ ਤੂੰ ਕੌਣ ਹੈ, ਤੂੰ ਕਿਉਂ ਆਇਆ? ਨਾ, ਮੇਰੀ ਡਿਊਟੀ ਬੰਦੀ ਉਹਨਾਂ ਨੂੰ ਦੱਸਣਾ, ਹਾਂਜੀ ਕੋਈ ਨਹੀਂ ਆਪਾਂ ਹੁਣੀ ਦੇਖ ਲੈਣਾ ਕੀ ਗੱਲ ਹੈ। ਦੇਖ ਕੇ ਜੇ ਇਲਾਜ ਹੋਇਆ, ਮੈਂ ਕਹੂੰ ਨਹੀਂ ਤੁਹਾਨੂੰ ਗਲਤ ਸੂਚਨਾ ਦਿੱਤੀ ਗਿਆ, ਇਲਾਜ ਠੀਕ ਹੋ ਰਿਹਾ। ਜੇ ਕੋਈ ਨੁਕਸ ਹੈ ਤਾਂ ਮੈਂ ਕਹਿੰਦਾ ਹਾਂ ਥੋੜ੍ਹਾ ਜਿਹਾ ਹੈਗਾ ਸੀ, ਉਹਨਾਂ ਦਾ ਇਤਰਾਜ਼ ਮੈਂ ਹੁਣ ਸੁਣ ਲਿਆ, ਮੇਰੇ ਧਿਆਨ 'ਚ ਨਹੀਂ ਆਇਆ ਸੀ, ਹੁਣ ਅਸੀਂ ਠੀਕ ਕਰ ਦਿੰਦੇ ਹਾਂ। ਇਹ ਜਿਹੜਾ ਤੌਰ ਤਰੀਕਾ ਹੈ ਕਿ ਕੋਈ ਵੀ ਪਬਲਿਕ ਦਾ ਨੁਮਾਇੰਦਾ ਜੇ ਕਿਸੇ ਵੀ ਅਧਿਕਾਰੀ ਕੋਲ ਜਾਂਦਾ ਹੈ, ਉਸ ਅਧਿਕਾਰੀ ਨੇ ਬੰਦਿਆਂ ਦੀ ਤਰ੍ਹਾਂ ਉਹਦੀ ਗੱਲ ਸੁਣਨੀ ਹੈ, ਉਹਦੀ ਬੇਇੱਜ਼ਤੀ ਨਹੀਂ ਕਰਨੀ, ਉਹਦੀ ਗੱਲ ਸੁਣ ਤੋਂ ਇਹ ਨਹੀਂ ਕਹਿਣਾ ਜਾਂ ਭਾਜਾ ਤੂੰ ਕੌਣ ਹੈ। ਦੂਜੇ ਪਾਸੇ ਜਿਹੜੇ ਲੋਕ ਨੇ, ਜਿਹੜੇ ਲੋਕਾਂ ਦੇ ਨੁਮਾਇੰਦੇ ਨੇ, ਉਹਨਾਂ ਦਾ ਵੀ ਇਹੀ ਫਰਜ਼ ਬਣਦਾ। ਜੇ ਉਹ ਆਪਦਾ ਫਰਜ਼ ਨਹੀਂ ਨਿਭਾਉਣਗੇ, ਫਿਰ ਤਾਂ ਲੜਾਈ ਹੋਗੀ ਨਾ, ਫਿਰ ਰਾਜ ਕਿਵੇਂ ਚੱਲਿਆ? ਪ੍ਰਸ਼ਾਸਨ ਦੇ ਵਿੱਚ ਇੱਕ ਡਿਸਪਲਿਨ ਆ, ਉਹ ਇਹਨਾਂ ਨੇ ਤੋੜਦਾ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਕੋਈ ਮੈਨੂੰ ਕਹਿੰਦੇ ਨੇ ਵੀ ਤੂੰ ਤਾਂ ਹਮੇਸ਼ਾ ਬੀਜੇਪੀ ਦੇ ਐਂ ਬੋਲਦਾ ਹੈ, ਮੈਂ ਬੋਲਦਾ ਵੀ ਹਾਂ, ਸੱਚ ਹੈ ਇਹ। 2014 ਤੋਂ ਬਾਅਦ ਇਨਸੀਡੈਂਟਸ ਤਾਂ ਪਹਿਲਾਂ ਵੀ ਹੋਏ ਨੇ, ਪਹਿਲਾਂ ਵੀ ਬੰਗਾਲ ਦੇ ਵਿੱਚ ਵੀ ਗੋਲਾਬਾਰੀ ਹੋ ਗਈ ਸੀ ਪੰਜਾਬ ਪੁਲਿਸ ਨਾਲ, ਇਹ ਚੱਕਣ ਗਈ ਸੀ ਕਿਸੇ ਅੱਤਵਾਦੀ ਕਹਿ ਕੇ ਜਾਂ ਕੁਛ ਵੀ ਜੋ ਵੀ ਹੈ। ਪਰ ਇਹ ਪਹਿਲਾਂ ਤਾਂ ਹਰਿਆਣੇ ਦੀ ਪੁਲਿਸ ਨੇ ਕਰਿਆ, ਇੱਥੇ ਨਾ ਛਾਪੇ ਮਾਰਿਆ ਕਰੇ ਹਰਿਆਣੇ ਦੀ ਪੁਲਿਸ ਆ ਕੇ, ਇੱਥੇ ਸੈਮੀਨਾਰ ਕਰਿਆ ਇਹਨਾਂ ਨੇ ਸਿਰਕੋ 'ਚ। ਅਸੀਂ ਕਹਿੰਦੇ ਜੀ ਪੰਜਾਬ 'ਚੋਂ, ਬਠਿੰਡੇ 'ਚੋਂ, ਉੱਥੋਂ ਆਏ ਬੰਦੇ ਚੁੱਕ ਕੇ ਲਿਆਉਣੇ ਆ ਜਿਹੜੇ ਭਰੂਣ ਹੱਤਿਆ ਕਰਦੇ ਨੇ। ਮੈਂ ਕਿਹਾ ਤੁਹਾਨੂੰ ਕਿੱਥੋਂ ਹੱਕ ਮਿਲ ਗਿਆ ਬਈ? ਤੁਸੀਂ ਇੱਥੇ ਦੇ ਪੁਲਿਸ ਨੂੰ ਕਿਉਂ ਨਹੀਂ ਦੱਸਦੇ? ਕਹਿੰਦੇ ਪੁਲਿਸ ਤਾਂ ਉਹਨਾਂ ਨਾਲ ਰਲੀ ਹੋਈ ਹੈ। ਮੈਂ ਕਿਹਾ ਤੁਸੀਂ ਬੜੇ ਭਲੇ ਮਾਨਸ ਆ ਗਏ, ਸਾਨੂੰ ਸਾਡੇ ਸੂਬੇ ਦੀ ਚਿੰਤਾ ਨਹੀਂ, ਤੁਸੀਂ ਆ ਕੇ ਸਾਡੇ ਤੇ ਰਾਜ ਕਰੋਗੇ, ਤੁਸੀਂ ਇਲੀਗਲ ਕੰਮ ਕਰਦੇ ਹੋ। ਪੰਜਾਬ ਦੀ ਪੁਲਿਸ ਬੋਲੀ ਨਹੀਂ, ਉਹ ਆ ਕੇ ਛਾਪੇ ਮਾਰ ਜਾਂਦੀ ਸੀ।
ਤੁਸੀਂ ਆਪਦੇ ਹੱਕ ਨੂੰ ਤੁਸੀਂ ਛੱਡੀ ਜਾਓ। ਕੋਈ ਗੁਆਂਢੀ ਆ ਕੇ ਤੁਹਾਡੇ ਬੱਚੇ ਨੂੰ ਕੁੱਟੀ ਜਾਵੇ, ਉਹ ਕਹੇ ਵੀ ਇਹ ਬਾਪ ਤਾਂ ਇਹਨੂੰ ਸੁਧਾਰਨਾ ਹੀ, ਮੈਂ ਸੁਧਾਰਨਾ। ਇੱਕ ਤੌਰ ਤਰੀਕਾ ਹੁੰਦਾ। ਉਦੋਂ ਪੰਜਾਬ ਪੁਲਿਸ ਨਹੀਂ ਬੋਲੀ। ਇਹ 2014 ਤੋਂ 13 ਤੋਂ 12 ਤੋਂ ਗੱਲ ਹੈ ਇਹ ਦੱਸਦੀ, ਜਦ ਮੈਂ ਇਹ ਇੱਥੇ ਸੈਮੀਨਾਰ ਸੀਗਾ ਭਰੂਣ ਹੱਤਿਆ ਤੇ। ਸੋ ਇਦਾਂ ਹੀ ਜਿੱਦਾਂ ਦੀ ਬੀਜੇਪੀ ਆਈ ਆ ਉਦੋਂ ਦਾ ਹਾਲ ਕੀ ਹੋਇਆ ਉਹ ਦੇਖ ਲਓ। ਸੂਬਿਆਂ ਦੀ ਆਪਸ ਵਿੱਚ ਟਕਰਾਅ ਸ਼ੁਰੂ ਹੋ ਗਿਆ। ਜਿੱਥੇ ਲੋਕਾਂ ਦਾ, ਇੱਕ ਪਾਸੇ ਲੋਕਾਂ ਦਾ ਟਕਰਾਅ ਸ਼ੁਰੂ ਹੋ ਗਿਆ ਰਾਮਨੌਮੀ ਤੇ ਹਨੂੰਮਾਨ ਜਯੰਤੀ ਦੇ ਨਾਂ ਤੇ। ਆ ਪੰਜਾਬ 'ਚ ਜੋ ਕੁਝ ਹੋਇਆ, ਪੰਜਾਬ ਦੇ ਵਿੱਚ ਜਿਹੜੀ ਉਹ ਸ਼ਿਵ ਸੈਨਾ ਵਾਲੀ ਅਸਲੀ ਕਮੇਟੀ ਹੈ ਉਹ ਮਿਲੀ ਹੈ ਕਿ ਜੀ ਆਹ ਬੰਦਾ ਬਰਦਾਸ਼ਤ ਖਰਾਬ ਕਰੂਗਾ, ਇਹਨੂੰ ਕੁਝ ਕਰੋ। ਭਾਵਰਾ ਨੂੰ ਮਿਲੀ ਆ ਉਹ। ਫਿਰ ਉਹ ਕਰਿਆ ਕਿ ਨਹੀਂ, 4 ਦਿਨ ਪਹਿਲਾਂ ਕਮੇਟੀ ਮਿਲੀ ਆ, 2 ਦਿਨ ਪਹਿਲਾਂ ਉਹਨੂੰ ਰੋਕ ਲੈਂਦੇ। ਜੇ ਉਹਨਾਂ ਦੀ ਆਪਦੀ ਜਥੇਬੰਦੀ ਆ ਕੇ ਕਹਿ ਰਹੀ ਹੈ ਕਿ ਜਨਾਬ ਇਹ ਬੰਦਾ ਤਾਂ ਸਾਡਾ ਹੈ ਹੀ ਨਹੀਂ, ਇਹ ਖਰਾਬ ਕਰੂਗਾ, ਉਦੋਂ ਤਾਂ ਉਹਨੂੰ ਡਿਟੇਨ ਕਰਨਾ ਕੋਈ ਔਖਾ ਕੰਮ ਨਹੀਂ ਸੀ। ਜੇ ਨਹੀਂ ਕਰਿਆ ਉਹਦੀ ਇਨਕੁਆਇਰੀ ਕਿਉਂ ਨਹੀਂ ਕਰਦੀ ਸਰਕਾਰ? ਸਰਕਾਰ ਦੋਸ਼ ਲਾਈ ਜਾ ਰਹੀ ਹੈ ਪੰਜਾਬ ਦੀ, ਇਸ ਗੱਲ ਦੀ ਇਨਕੁਆਇਰੀ ਕਿਉਂ ਨਹੀਂ ਕਰ ਰਹੀ ਵੀ ਭਾਵਰਾ ਸਾਹਿਬ ਨੂੰ ਉਹ ਕਮੇਟੀ ਮਿਲੀ ਸੀ? ਜੇ ਮਿਲੀ ਸੀ, ਭਾਵਰਾ ਸਾਹਿਬ ਨੂੰ ਦੱਸਿਆ ਸੀ, ਫਿਰ ਉਹਨਾਂ ਨੇ ਕੀ ਯਤਨ ਕਰਿਆ ਆਹ ਬੰਦਾ ਜਿਹੜਾ ਸਿੰਗਲਾ ਹੈ ਇਸ ਨੂੰ ਰੋਕਣ ਦਾ? ਠੀਕ ਹੈ ਨਾ? ਤਾਂ ਹੀ ਇਹ ਸਾਰਾ ਗੜਬੜ ਤਾਂ ਹੋਈ। ਉਧਰੋਂ ਦੂਜਾ ਜਿਹੜਾ ਉਹ ਬੰਦੇ ਬੈਠੇ ਸੀ ਉਹ ਇਹ ਇਨਕੁਆਇਰੀ ਕਰ ਲੈਣ ਵੀ ਉਹ ਜਿਹੜੇ ਬਾਕੀ ਤਰ੍ਹਾਂ, ਉਹਨਾਂ ਨੇ ਤਾਂ ਕਹਿਤਾ ਠੀਕ ਹੈ ਜੀ ਅਸੀਂ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ, ਇਹ ਪਰਵਾਨੇ ਨੇ ਤਾਂ ਕਹਿਤਾ, ਫਿਰ ਬਾਕੀ ਬੰਦੇ ਕਿਹੜੇ ਆਏ ਇਹ ਦੇਖ ਲੈਣ। ਸੋ ਇਹ ਜਦ ਤੁਸੀਂ ਨਹੀਂ ਦੇਖਦੇ, ਤੁਸੀਂ ਕਿਸੇ ਗੱਲ ਦੀ ਸੱਚ ਤੇ ਤਾਂ ਪਹੁੰਚਦੇ ਨਹੀਂ, ਤੁਸੀਂ ਪ੍ਰੈਸ ਰਾਹੀਂ ਇੱਕ ਕੰਪੇਨ ਕਰਦੇ ਹੋ। ਦੇਖੋ ਪ੍ਰਸ਼ਾਸਨਿਕ ਮਾਮਲਿਆਂ 'ਚ ਪ੍ਰੈਸ 'ਚ ਜਾਣਾ ਜ਼ਰੂਰੀ ਹੁੰਦਾ ਹੈ, ਪਰ ਕੰਪੇਨ ਨਹੀਂ ਕਰੀਦੀ। ਪ੍ਰਸ਼ਾਸਨਿਕ ਮਾਮਲੇ ਨੂੰ ਪ੍ਰਸ਼ਾਸਨਿਕ ਤੌਰ ਤੇ ਦੇਖਣਾ ਜ਼ਰੂਰੀ ਹੈ। ਜੇ ਮੇਘਾਲਿਆ ਦੀ ਤੇ ਅਸਾਮ ਦੀ ਪੁਲਿਸ ਇੱਕ ਦੂਜੇ ਦੇ ਸਾਹਮਣੇ ਖੜੇ ਕੋਈ ਗੋਲਾਬਾਰੀ ਹੋ ਜਾਂਦੀ ਹੈ, ਬੰਦੇ ਮਰ ਜਾਂਦੇ ਨੇ, ਇਹ ਇਸ ਰਾਜ 'ਚ ਹੋਇਆ। ਜਿਹੜਾ ਰਾਜ ਕਹਿੰਦਾ ਵੀ ਅਸੀਂ ਤਾਂ ਬੜਾ ਲੋਕਾਂ ਨੂੰ ਅਮਨ ਕਾਨੂੰਨ ਦਾ ਰਾਜ ਦਿੰਦੇ ਹਾਂ, ਅੱਜ ਤੱਕ ਸਟੇਟਾਂ ਦੀ ਪੁਲਿਸ, ਸਟੇਟਾਂ ਦੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨਾਲ ਲੜਦੀਆਂ ਸੀ, ਸਟੇਟਾਂ ਦੀ ਪੁਲਿਸ ਨਹੀਂ ਲੜਦੀ ਸੀ, ਸਟੇਟਾਂ ਦੀ ਬਿਊਰੋਕ੍ਰੇਸੀ ਐ ਨਹੀਂ ਲੜਦੀ ਸੀ। ਅੱਜ ਆਪਾਂ ਦੇਖ ਲਈਏ ਪੰਜਾਬ ਤੇ ਹਰਿਆਣੇ ਦੇ ਜਿੰਨੇ ਮਾਮਲੇ ਨੇ ਉਹਦੇ 'ਚ ਕਦੇ ਪੁਲਿਸ ਤੇ ਬਿਊਰੋਕ੍ਰੇਸੀ ਇੱਕ ਦੂਜੇ ਦੇ ਸਾਹਮਣੇ ਨਹੀਂ ਆਈ। ਜਿਹੜਾ ਵੀ ਕੰਮ ਹੋਇਆ ਜਾਂ ਅਦਾਲਤ 'ਚ ਹੋਇਆ ਜਾਂ ਫਿਰ ਸਿਆਸਤ ਨੇ ਕਰਿਆ ਇੱਕ ਦੂਜੇ ਦੇ ਖਿਲਾਫ। ਅੱਜ ਪੁਲਿਸ ਇੱਕ ਦੂਜੇ ਦੇ ਖਿਲਾਫ ਖੜੀ ਹੋਣ ਲੱਗੀ। ਜਿੱਦੇ ਭਾਰਤ ਦੀ ਪੁਲਿਸ ਇੱਕ ਸੂਬੇ ਦੀ ਦੂਜੇ ਦੇ ਖਿਲਾਫ ਖੜੀ ਹੋਣ ਲੱਗੀ, ਫਿਰ ਭਾਰਤ ਇਕੱਠਾ ਕਿਵੇਂ ਰਹੂਗਾ? ਮੈਨੂੰ ਕੋਈ ਦੱਸ ਦੇਵੇ। ਜਿਹੜੇ ਕਹਿੰਦੇ ਅਸੀਂ ਇਹਦੇ ਟੁਕੜੇ ਨਹੀਂ ਹੁੰਦੇ ਨੇ, ਟੁਕੜੇ ਤਾਂ ਤੁਸੀਂ ਆਪ ਹੀ ਕਰਾਈ ਜਾਂਦੇ ਹੋ। ਤੁਸੀਂ ਦੂਜਿਆਂ ਨੂੰ ਟੁਕੜੇ ਟੁਕੜੇ ਗਏ ਕਹਿੰਦੇ ਹੋ, ਤੁਸੀਂ ਖੁਦ ਹੀ ਟੁਕੜੇ ਟੁਕੜੇ ਗਏ ਹੋ। ਤੁਸੀਂ ਹਿੰਦੂ ਮੁਸਲਮਾਨ ਦੇ ਝਗੜੇ ਕਰਾਉਣੇ ਹੋ, ਤੁਸੀਂ ਹਿੰਦੂ ਸਿੱਖ ਦੇ ਝਗੜੇ ਕਰਾਉਣੇ ਹੋ, ਤੁਸੀਂ ਗੁੱਜਰਾਂ ਤੇ ਸਿੱਖਾਂ ਦੇ ਝਗੜੇ ਕਰਾਉਣੇ ਹੋ, ਤੁਸੀਂ ਸ਼ਡਿਊਲਡ ਕਾਸਟ ਤੇ ਨਾਨ ਸ਼ਡਿਊਲਡ ਕਾਸਟ ਦੇ ਝਗੜੇ ਕਰਾਉਣੇ ਹੋ, ਤੁਸੀਂ ਦੋ ਸਟੇਟਾਂ ਦੀ ਪੁਲਿਸ ਨੂੰ ਆਪਸ ਵਿੱਚ ਲੜਾਉਣੇ ਹੋ। ਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਆ ਕਿ ਸਵਾਲ ਉੱਠਦਾ ਕਿ ਇੱਕ ਪਾਸੇ ਤਾਂ ਨੌਲੇਜ ਸ਼ੇਅਰਿੰਗ ਦੀ ਗੱਲ ਹੁੰਦੀ ਸੀ ਤੇ ਦੂਜੇ ਪਾਸੇ ਲੱਗਦਾ ਕਿ ਇੱਥੇ ਪਾਵਰ ਸ਼ੇਅਰਿੰਗ ਹੋ ਰਹੀ ਆ, ਕਿ ਜਿਹੜੀ ਤਾਕਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ, ਉਹ ਤਾਕਤ ਸੁਪਰ ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਹੱਥਾਂ ਵਿੱਚ ਹੈ ਤੇ ਇਹ ਸਾਰਾ ਕੁਝ ਉਹਨਾਂ ਦੇ ਇਸ਼ਾਰੇ ਤੇ ਪੰਜਾਬ ਵਿੱਚ ਚੱਲਦਾ। ਇਹਨੂੰ ਕਿਸ ਹੱਦ ਤੱਕ ਜਾਇਜ਼ ਮੰਨਿਆ ਜਾਏ ਤੇ ਇਹਦੇ ਨਤੀਜੇ ਕੀ ਨਿਕਲ ਸਕਦੇ ਨੇ ਤੇ ਇਹਦੇ ਤੋਂ ਬਚਿਆ ਕਿਵੇਂ ਜਾਵੇ? ਮਤਲਬ ਕਿ ਸਿਆਸਤਦਾਨਾਂ ਲਈ ਜਿਹੜਾ ਸਬਕ ਹੋਣਾ ਚਾਹੀਦਾ। ਦੇਖੋ ਮੈਂ ਇਸ ਗੱਲ ਦੇ ਉੱਤੇ ਬਹੁਤਾ ਸਹਿਮਤ ਨਹੀਂ ਹਾਂ। ਬੜੇ ਲੋਕ ਕਹਿੰਦੇ ਨੇ, ਇਹ ਕਹਿੰਦੇ ਰਹਿਣਗੇ। ਲੋਕਾਂ ਨੇ ਕਿਹਾ ਮਨਮੋਹਨ ਸਿੰਘ ਤਾਂ ਰਬੜ ਸਟੈਂਪ ਹੈ ਜੀ, ਇਹ ਤਾਂ ਸੋਨੀਆ ਗਾਂਧੀ ਦੀ ਚਾਬੀ ਹੈ। ਇਹ ਸੱਚ ਇਹ ਨਹੀਂ ਸੀ। ਪਾਰਟੀਆਂ ਆਪਦੇ ਫੈਸਲੇ ਕਰਦੀਆਂ ਨੇ ਔਰ ਪਾਰਟੀਆਂ ਨਹੀਂ ਪ੍ਰਾਈਮ ਮਿਨਿਸਟਰ ਬਣਾਏ ਹੁੰਦੇ ਨੇ, ਪਾਰਟੀਆਂ ਨੇ, ਬਲਕਿ ਪਾਰਟੀਆਂ ਰੋਲ ਪਲੇ ਕਰਨੋਂ ਹਟ ਗਈਆਂ। ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਉਹਨਾਂ ਤੋਂ ਬੇਬਾਰੇ ਹੋਣਾ। ਮੋਦੀ ਸਾਹਿਬ ਕਿਹੜਾ ਬਹੁਤੀ ਮੰਨਦੇ ਨੇ, ਪਰ ਮੋਦੀ ਸਾਹਿਬ ਦੇ ਸਾਰੇ ਮਿਨਿਸਟਰਾਂ ਨੂੰ RSS ਬੁਲਾਉਂਦਾ, ਆ ਕੇ ਪੁੱਛਦਾ। ਤੇ ਪਰ ਕੀ ਹੈ, ਕਿਉਂਕਿ ਬੀਜੇਪੀ ਨੇ ਦੋਸ਼ ਲਾਉਣੇ ਨੇ ਦੂਜਿਆਂ ਤੇ, ਬਾਕੀਆਂ ਨੇ ਦੋਸ਼ ਲਾਉਣੇ ਨੇ ਵਿਰੋਧੀਆਂ ਨੇ। ਕਾਂਗਰਸ ਦੇ ਵਿੱਚ ਮੈਨੂੰ ਇਹ ਦੱਸੋ ਵੀ ਜਿਹੜਾ ਚੰਨੀ ਸਾਹਿਬ ਨੂੰ CM ਬਣਾਇਆ ਸੀ ਉਹ ਕਿਹਨੇ ਬਣਾਇਆ ਸੀ? ਜਿਹੜਾ ਕੈਪਟਨ ਸਾਹਿਬ ਨੂੰ ਲਾਇਆ ਸੀ ਉਹ ਕਿਹਨੇ ਲਾਇਆ ਸੀ? ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਫੈਸਲਾ ਹੋਇਆ ਉਹ ਕਿਹਨੇ ਕਰਵਾਇਆ ਸੀ? DGP ਨੂੰ ਬਦਲਣ ਦਾ, ਚਾਰਜ ਬਦਲਣ ਦਾ ਫੈਸਲਾ ਹੋਇਆ ਉਹ ਕਿਹਨੇ ਕਰਿਆ ਸੀ? ਉਹਨਾਂ ਨੂੰ, ਪਾਰਟੀ ਨੂੰ ਆਪਦੇ ਪਾਰਟੀ ਪ੍ਰਧਾਨ ਬਦਲਣ ਦਾ ਫੈਸਲਾ ਹੈ, ਪਾਰਟੀ ਦੇ MLA ਨੂੰ ਕਹਿ ਕੇ ਆਪਦੇ ਮਿਨਿਸਟਰ, ਚੀਫ ਮਿਨਿਸਟਰ ਨੂੰ ਬਦਲਣ ਦਾ ਫੈਸਲਾ ਹੈ ਕਿ ਉਦਾਂ ਹੀ ਤੁਸੀਂ ਕਹਿ ਦਿਓ ਉੱਤੋਂ ਫੈਸਲਾ ਕਰ ਦਿਓ, ਪਿੱਛੋਂ MLA ਨੂੰ ਇਕੱਠੇ ਕਰਕੇ ਕਹਾਓ ਉਹਨਾਂ ਤੋਂ। ਇਹੀ ਹੋਇਆ ਸੀ ਨਾ ਕੈਪਟਨ ਵੇਲੇ। ਫੈਸਲਾ ਤਾਂ ਉੱਤੇ ਹੋ ਗਿਆ ਨਾ ਵੀ ਇਹਨੂੰ ਲਾ ਦੇਣਾ, ਉੱਤੇ ਹੋ ਗਿਆ ਕਿ ਚੰਨੀ ਨੂੰ ਬਣਾਉਣਾ, ਕਿਉਂਕਿ ਜੇ ਉਰੇ ਹੋਇਆ ਹੁੰਦਾ
ਫਿਰ ਤਾਂ ਇਹਨਾਂ ਦਾ ਆਪਦਾ ਹੀ ਪ੍ਰਧਾਨ ਰਿਹਾ ਹੈ। ਜਾਖੜ ਸਾਹਿਬ ਉਸ ਵਕਤ ਪ੍ਰਧਾਨ ਹੀ ਸੀਗੇ, ਉਹਨਾਂ ਨੇ ਕਿਹਾ ਹੀ ਹੈ, ਕਹਿੰਦੇ ਵੋਟਾਂ ਤਾਂ ਮੈਨੂੰ ਵੱਧ ਪਈਆਂ ਸੀ। ਹਾਲਾਂਕਿ ਉਹਨਾਂ ਨੇ ਵੀ ਹਿੰਦੂ ਸਿੱਖ ਦਾ ਸਵਾਲ ਬਣਾਉਣ ਦੀ ਕੋਸ਼ਿਸ਼ ਕਰੀ ਹੈ, ਇੰਨੇ ਸਿਆਣੇ ਬੰਦੇ ਨੇ ਵੀ। ਹਾਲਾਂਕਿ ਉਹਨਾਂ ਨੂੰ ਇਸ ਕਰਕੇ ਤਾਂ ਕਿਸੇ ਨੇ ਰੋਕਿਆ ਨਹੀਂ ਵੀ ਉਹ ਹਿੰਦੂ ਕਹਿਣਾ ਚਾਹੁੰਦੇ ਸੀ। ਸੋ ਇਸ ਕਰਕੇ ਇਹ ਪਾਰਟੀਆਂ ਜਿਹੜੀਆਂ ਦੋਸ਼ ਲਾਉਂਦੀਆਂ ਨੇ, ਇਹਨਾਂ ਨੇ ਪਹਿਲੇ ਦਿਨ ਤੋਂ ਦੋਸ਼ ਲਾਇਆ ਸੀ। ਪਹਿਲਾਂ ਇਹਨਾਂ ਨੇ ਕਹਿੰਦੇ ਤੇ ਕੇਜਰੀਵਾਲ ਨੇ ਬਣਨਾ ਇੱਥੇ ਸੀਐਮ। ਫਿਰ ਤੁਸੀਂ ਨੌਲੇਜ ਸ਼ੇਅਰਿੰਗ ਦੀ ਗੱਲ ਕਰਦੇ ਹੋ। ਮੈਂ ਇਹ ਕਹਿਣਾ, ਜਿਹੜਾ ਪੰਜਾਬ ਦੀ ਸਰਕਾਰ ਨੇ ਬਹਾਨਾ ਲਾ ਕੇ ਕੁਮਾਰ ਵਿਸ਼ਵਾਸ ਔਰ ਅਲਕਾ ਲਾਂਬਾ ਤੇ ਕੇਸ ਕਰਿਆ, ਇਹ ਬਿਲਕੁਲ ਗਲਤ ਕਰਿਆ। ਇਹ ਨਜਾਇਜ਼ ਵਰਤੋਂ ਹੈ। ਜੇ ਇਦਾਂ ਇਹ ਮੂੰਹ ਖੋਲਣ ਲੱਗੇ ਫਿਰ ਅੰਤ ਕਿਤੇ ਨਹੀਂ ਆਉਣਾ। ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ, ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ। ਇਹਨਾਂ ਦੀ ਵੀ ਵਾਰੀ ਆ ਜਾਣੀ ਹੈ। ਫਿਰ ਤਾਂ ਜਿਹੜਾ ਮਰਜੀ ਹਰੇਕ ਬੰਦਾ ਕਹਿ ਦੂ ਮੇਰੀ ਤਾਂ ਭਾਵਨਾ ਨੂੰ ਹੱਟ ਹੋਇਆ ਜੀ। ਤੁਸੀਂ ਜਨਾਬ ਆ ਮੀਡੀਆ ਨਹੀਂ ਚਲਾ ਸਕੋਗੇ, ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਕਿਉਂਕਿ ਤੁਸੀਂ ਜਿਹੜੀ ਮਰਜ਼ੀ ਗੱਲ ਕਹਿ ਦਿਓ। ਆ ਹੁਣ ਆਪਾਂ ਬੋਲਦੇ ਹਾਂ, ਕੋਈ ਕਹਿ ਦੂਗਾ ਕਿ ਜੀ ਇਹਨੇ ਪੁਲਿਸ ਬਾਰੇ ਕਹਿਤਾ, ਸਾਡੀ ਤਾਂ ਭਾਵਨਾ ਨੂੰ ਹਰਟ ਹੋਇਆ, ਸਾਡੀ ਤਾਂ ਪੁਲਿਸ ਦੇ ਸਾਡੇ ਬੜੀ ਰੌਲਾ ਪੈ ਗਿਆ। ਕੋਈ ਕਹਿ ਦੂਗਾ ਕਿ ਜੀ ਸਾਨੂੰ ਤਾਂ ਸਿੱਖਾਂ ਨੂੰ ਆਏ ਕਹਿਤਾ, ਕੋਈ ਕਹਿ ਦੂ ਮੈਨੂੰ ਹਿੰਦੂਆਂ ਨੂੰ ਆਏ ਕਹਿਤਾ। ਫਿਰ ਤਾਂ ਭਾਵਨਾ ਰੋਜ਼ ਹੀ ਹਰਟ ਹੋ ਹੀ ਜਾਊਗੀ। ਮਤਲਬ ਕਿ ਤੁਸੀਂ ਬੋਲੋ ਨਾ। ਜੇ ਕਿਸੇ ਨੇ ਗਲੀ 'ਚ ਆ ਕੇ ਇੱਥੇ ਤੁਹਾਡਾ ਰਸਤਾ ਰੋਕ ਲਿਆ ਵੀ ਅਸੀਂ ਤਾਂ ਇੱਥੇ ਜੀ ਕੋਈ ਜਲੂਸ ਕੱਢਾਂਗੇ ਜਾਂ ਜਲਸਾ ਕਰਾਂਗੇ, ਜਾਂ ਅਸੀਂ ਇੱਥੇ ਆਪਣਾ ਜਗਰਾਤਾ ਕਰਾਂਗੇ, ਜਾਂ ਕੋਈ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਤੁਹਾਡੇ ਘਰ ਦੇ ਅੱਗੇ ਬਹਿ ਕੇ ਕਰਾਂਗੇ, ਤੇ ਤੁਸੀਂ ਕਹੋ ਭਾਈ ਇਹ ਨਾ ਕਰੋ, ਉਹ ਕਹਿਣਗੇ ਜੀ ਸਾਡੀਆਂ ਭਾਵਨਾ ਹੱਟ ਕਰੀਆਂ ਨੇ। ਫਿਰ ਤਾਂ ਭਾਵਨਾ ਹੱਟ ਤਾਂ ਹੁਣ ਉਹ ਕਦੇ ਹਟਣੀਆਂ ਹੀ ਨਹੀਂ। ਸੋ ਇਹ ਜਿਹੜਾ ਤੌਰ ਤਰੀਕਾ ਨਾ, ਐਡੀਆਂ ਭਾਵਨਾ ਨੂੰ ਸਸਤੀਆਂ ਨਾ ਬਣਾਇਆ ਜਾਵੇ। ਇਹ ਜਿਹੜਾ ਇਹਨਾਂ ਨੇ ਅਲਕਾ ਲਾਂਬਾ ਔਰ ਕੁਮਾਰ ਵਿਸ਼ਵਾਸ ਤੇ ਕਿਉਂ ਕਰਦੇ ਨੇ ਇਹ? ਨਾ ਤਾਂ ਬੀਜੇਪੀ 'ਚ ਹਿੰਮਤ ਆ ਪੋਲੀਟੀਕਲੀ ਫਾਈਟ ਆਊਟ ਕਰਨ ਦੀ। ਕਿਸਾਨਾਂ ਦੇ ਨੂੰ ਪੋਲੀਟੀਕਲੀ ਫਾਈਟ ਆਊਟ ਨਹੀਂ ਕਰ ਸਕੇ। ਕਹਿੰਦੇ ਸੀ ਅਸੀਂ ਸਾਡਾ 4-4 ਦੇ ਵਿੱਚ ਇੱਕ ਬੰਦਾ ਬੀਜੇਪੀ ਦਾ ਬੈਠਾ ਹੈ, ਪਰ ਫਾਈਟ ਆਊਟ ਨਹੀਂ ਕਰ ਸਕੇ। ਫਿਰ ਆਹੀ ਤੌਰ ਤਰੀਕੇ ਵਰਤੇ, ਪੁਲਿਸ, ਡੰਡਾ, ਪਾਣੀ, ਕਿੱਲ ਕੱਢੋ, ਨੈੱਟ ਬੰਦ ਕਰੋ। ਇਹ ਸਾਰੇ ਪ੍ਰਸ਼ਾਸਨਿਕ ਤਰੀਕੇ ਸੀਗੇ। ਪਾਣੀ ਦੇ ਵਿੱਚ ਕੁਝ ਮਿਲਾਓ, ਗੁੰਡੇ ਭੇਜੋ, ਉੱਥੇ ਹੋਰ ਤਰ੍ਹਾਂ ਦੀਆਂ ਚੋਰੀਆਂ ਕਰਵਾਓ, ਬੰਦੇ ਮਰਵਾਓ, ਇਹ ਸਾਰਾ ਕੁਝ ਕਰਿਆ। ਇਹੀ ਕੁਝ ਜਿਹੜਾ ਇਹ ਸਰਕਾਰਾਂ ਕਰ ਰਹੀਆਂ ਨੇ। ਇਹ ਤੌਰ ਤਰੀਕੇ ਗਲਤ ਨੇ। ਤੁਸੀਂ ਪੋਲੀਟੀਕਲੀ ਫਾਈਟ ਆਊਟ ਕਰੋ ਜਿਹੜੀਆਂ ਪੋਲੀਟੀਕਲ ਇਸ਼ੂ ਨੇ। ਕੁਮਾਰ ਵਿਸ਼ਵਾਸ ਨੇ ਗਲਤ ਕਿਹਾ, ਮੈਂ ਉਹ ਸਹਿਮਤ ਨਹੀਂ ਹਾਂ ਉਹਦੇ ਨਾਲ ਜਿਹੜੇ ਵੇਲੇ ਉਹਨੇ ਉਹ ਬਿਆਨ ਦਿੱਤਾ, ਪਰ ਉਹਨੂੰ ਪੋਲੀਟੀਕਲੀ ਫਾਈਟ ਆਊਟ ਕਰਨਾ ਚਾਹੀਦਾ ਸੀ। ਉਹਦੇ ਤੇ ਇੱਥੇ ਕੇਸ ਰੋਪੜ 'ਚ ਦਰਜ ਕਰਨਾ, ਇਹ ਬਿਲਕੁਲ ਸਰਾਸਰ ਸੰਵਿਧਾਨ ਦੀ ਵੀ ਤੇ ਸਾਡੇ ਤੌਰ ਤਰੀਕਿਆਂ ਦੀ ਵੀ ਬਿਲਕੁਲ ਮੈਂ ਕਹਾਂਗਾ ਸਿੱਧਾ ਹੀ ਉਸ ਦਾ ਕਤਲ ਹੈ। ਇਹ ਕੋਈ ਤਰੀਕਾ? ਤੁਹਾਨੂੰ ਕਿਸੇ ਨੇ ਕੁਝ ਕਹਿਤਾ, ਅਲਕਾ ਲਾਂਬਾ ਨੇ ਕਹਿਤਾ, ਤੁਹਾਨੂੰ ਕਹਿੰਦੇ ਜੀ ਇਹ ਤਾਂ ਖਾਲਿਸਤਾਨੀ ਹੈ। ਠੀਕ ਹੈ, ਕਹਿਤਾ ਖਾਲਿਸਤਾਨੀ ਹੈ, ਤੇ ਇਹ ਭਾਵਨਾ ਹਰਟ ਹੋਣ ਵਾਲੀ ਕੀ ਗੱਲ ਹੈ? ਤੁਸੀਂ ਮੈਨੂੰ ਐਂ ਦੱਸੋ, ਜੇ ਇਹੀ ਗੱਲ ਹੈ, ਜਿਹੜਾ ਬੰਦਾ ਕੋਈ ਮੈਨੂੰ ਕਹਦੇ ਜੀ ਇਹ ਤਾਂ ਹਿੰਦੂਆਂ ਦੇ ਉਲਟ, ਮੈਂ ਕਹੂੰ ਜੀ ਮੇਰੀ ਭਾਵਨਾ ਹਰਟ ਹੋ ਗਈ। ਕੋਈ ਕਹਿ ਦੂ ਮੇਰੀ ਸਿੱਖਾਂ ਕਰਕੇ ਹਰਟ ਹੋ ਗਈ, ਕੋਈ ਕਹਿ ਦੂ ਮੇਰੀ ਬੀਜੇਪੀ ਕਰਕੇ ਹੋ ਗਈ, ਕੋਈ ਕਹਿ ਦੂ ਰਾਹੁਲ ਗਾਂਧੀ ਨੂੰ ਆਹ ਕਹਿਤਾ ਤਾਂ ਮੇਰੀ ਹਰਟ ਹੋ ਗਈ। ਫਿਰ ਤਾਂ ਰੋਜ਼ ਹਰਟ ਹੀ ਹੋਣੀ ਹੈ, ਫਿਰ ਤਾਂ ਖਤਮ ਹੀ ਨਹੀਂ ਹੋਣਾ। ਇਹ ਗਲਤ ਹੈ। ਇਹ ਤਰੀਕਾ ਜਿਹੜਾ ਆਪ ਨੇ ਵਰਤਿਆ, ਇਹ ਬਹੁਤ ਹੀ ਮਾੜਾ ਤਰੀਕਾ ਸੀ। ਜਿਹੜੇ ਬੰਦੇ ਖਾਸ ਕਰਕੇ ਬਾਕੀਆਂ ਦੇ ਮੁਕਾਬਲੇ ਮੈਂ ਆਪ ਨੂੰ ਤਾਂ ਜ਼ਿਆਦਾ ਦੋਸ਼ ਦਿੰਦਾ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਸਭ ਤੋਂ ਚੰਗਾ, ਮੈਂ ਬਦਲਾ ਨਹੀਂ ਬਦਲਾਅ ਕਰਨਾ ਆ, ਉਹਨੂੰ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ। ਜੇ ਉਹ ਵੀ ਇਹ ਕਰ ਰਿਹਾ ਹੈ ਤੇ ਫਿਰ ਜੇ ਕਾਬੇ ਚੋਂ ਕੁਛ ਨਿਕਲਣਾ, ਫਿਰ ਕਿਵੇਂ ਸੱਚ ਹੋਊਗਾ? ਸੋ ਇਸ ਕਰਕੇ ਸਾਨੂੰ ਜਿਹੜੀਆਂ ਪੋਲੀਟੀਕਲ ਗੱਲਾਂ ਨੇ, ਜਿਹੜੇ ਸਿਆਸੀ ਬਿਆਨਬਾਜ਼ੀਆਂ ਨੇ, ਉਹਦਾ ਵਿਰੋਧ ਸਿਆਸੀ ਬਿਆਨਬਾਜ਼ੀਆਂ ਨਾਲ ਕਰਨਾ ਚਾਹੀਦਾ ਹੈ। ਪਰ ਇਹ ਕੀ ਕਰਦੇ ਨੇ, ਇਹ ਪਹਿਲਾਂ ਜਦ ਅਸੀਂ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਨੇ, ਤਾਂ ਮੈਂ ਕਿਹਾ ਸੀ ਵੀ ਸੀਸ ਤਾਂ ਦਿੱਤਾ ਸੀ ਇਸ ਵਾਸਤੇ ਕਿ ਜਿਹੜੇ ਕਸ਼ਮੀਰੀ ਪੰਡਿਤ ਨੇ ਉਹਨਾਂ ਨੂੰ ਪੰਡਿਤ ਰਹਿਣ ਦਾ, ਜਨੇਊ ਪਾਉਣ ਦਾ ਹੱਕ ਹੈ, ਔਰੰਗਜ਼ੇਬ ਖੋਹ ਨਹੀਂ ਸਕਦਾ। ਉਹ ਕੋਈ ਜਨੇਊ ਦੇ ਰਾਖੇ ਨਹੀਂ ਸੀਗੇ, ਉਹ ਜਨੇਊ ਦੇ ਸਮਰਥਕ ਨਹੀਂ ਸੀਗੇ ਗੁਰੂ ਸਾਹਿਬ, ਪਰ ਉਹਨਾਂ ਆਖਿਆ ਠੀਕ ਹੈ ਜਨੇਊ ਪਾਉਂਦੇ ਨੇ, ਇਹਨੂੰ ਪਾਉਣ ਦਾ ਹੱਕ ਹੈ, ਤੂੰ ਕੌਣ ਆ ਖੋਹਣ ਵਾਲਾ? ਰਾਜੇ ਨੂੰ ਕਿਹਾ, ਉਸ ਵਕਤ ਨੂੰ ਜਿਹਨੂੰ ਚੁਣਨਾ ਨਹੀਂ ਪੈਂਦਾ ਸੀ, ਰਾਜਾ ਆਪ ਹੀ ਤਾਕਤ ਸੀ, ਤਾਂ ਵੀ ਕਿਹਾ, ਸੀਸ ਦਿੱਤਾ। ਇਹਨਾਂ ਨੇ ਚੱਕ ਕੇ ਇੱਥੇ ਵਿਪ ਜਾਰੀ ਕਰਤੀ ਵੀ ਹਰੇਕ ਆਓ, ਉਸੇ ਗੁਰੂ ਸਾਹਿਬ ਦਾ ਦਿਨ ਮਨਾਉਣ ਵਾਸਤੇ। ਮੈਂ ਉਹਦੇ ਤੇ ਕਿਹਾ ਸੀ ਵੀ ਵਿਪ ਜਾਰੀ ਕਰਨਾ ਗੁਰੂ ਸਾਹਿਬ ਦੇ ਅਸੂਲਾਂ ਦੇ ਖਿਲਾਫ ਹੈ। ਤੇ ਕੋਈ ਕਹਿ ਦੂ ਸਾਡੀ ਭਾਵਨਾ ਹਟ ਹੋਈ ਹੈ। ਮੈਨੂੰ ਇੱਕ ਇਹਨਾਂ ਦਾ, ਹੁਣ ਤਾਂ ਛੱਡ ਗਿਆ ਕਾਂਗਰਸ ਨੂੰ, ਉਹਦਾ ਫੋਨ ਆਇਆ, ਧਮਕੀਆਂ ਦੇਣ ਲੱਗਿਆ। ਮੈਂ ਕਿਹਾ ਤੂੰ ਕੌਣ ਹੈ? ਮੈਨੂੰ ਦੱਸੋ। ਆਇਆ ਮੈਂ ਬਹੁਤ ਪੜ੍ਹਿਆ ਹੋਇਆ। ਮੈਂ ਕਿਹਾ ਹੋਏਗਾ ਯਾਰ ਤੂੰ ਪੜ੍ਹਿਆ ਹੋਇਆ, ਤੁਸੀਂ ਮੈਨੂੰ ਜਾਣਦੇ ਨਹੀਂ? ਕਹਿੰਦਾ ਮੈਂ ਕਿਹਾ ਮੈਂ ਨਹੀਂ ਜਾਣਦਾ, ਮੈਂ ਸੱਚਮੁੱਚ ਨਹੀਂ ਜਾਣਦਾ ਸੀ। ਕਹਿੰਦਾ ਮੈਂ MLA ਰਿਹਾ। ਮੈਂ ਕਿਹਾ ਜੀ ਰਹੇ ਹੋਵੋਗੇ, ਮੈਂ ਨਹੀਂ ਜਾਣਦਾ। ਕਿਉਂ ਨਹੀਂ ਜਾਣਦੇ? ਮੈਂ ਕਿੱਥੇ ਠੇਕਾ ਲਿਆ ਵੀ ਤੁਸੀਂ ਵੀ ਮੈਂ ਤੁਹਾਨੂੰ ਜ਼ਰੂਰ ਜਾਣਾ? ਤੁਸੀਂ ਹਿਸਾਬ ਲਾਓ ਕਿੱਥੇ ਤੱਕ ਜਾਂਦੇ ਨੇ। ਉਦੋਂ ਕਾਂਗਰਸੀ ਕਿਉਂ ਨਹੀਂ ਬੋਲੇ? ਆ ਮਨੀਸ਼ ਤਿਵਾੜੀ ਨੇ ਬਿਆਨ ਦਿੱਤਾ, ਇਹਨਾਂ ਨੂੰ ਦੇਸ਼ ਨਿਕਾਲਾ ਦਿਓ। ਮਨੀਸ਼ ਤਿਵਾੜੀ ਦੇ ਬਿਆਨ ਤੇ ਅਸੀਂ ਤਾਂ ਕੋਈ ਰਿਐਕਸ਼ਨ ਨਹੀਂ ਕਰਿਆ, ਅਸੀਂ ਆਖਿਆ ਬੋਲੀ ਜਾਣ ਦਿਓ। ਮੈਂ ਕਿਉਂ ਕੋਰਟ, ਮੈਨੂੰ ਵੱਡਿਆਂ ਨੇ ਕਿਹਾ, ਮੈਂ ਕਿਹਾ ਮੈਂ ਕਿਉਂ ਜਾਵਾਂ ਕੋਰਟ 'ਚ, ਮੈਨੂੰ ਕੋਰਟਾਂ ਜਾਣ ਦੀ ਕੀ ਲੋੜ ਆ? ਉਹਨੇ ਬਿਆਨ ਦੇਤਾ। ਇਹ ਮੈਂ ਵੀ ਸਟੇਟਮੈਂਟ ਜਿਹੜੀ ਦਿੱਤੀ ਸੀ
ਉਹ ਵੀ ਤਾਂ ਇੱਕ ਕਿਸਮ ਦੀ ਲੋਕ ਉਹਨੂੰ ਪੋਲੀਟੀਕਲ ਲੈ ਸਕਦੇ ਨਾ, ਕਿਉਂਕਿ ਮੈਂ ਕਿਹਾ ਵੀ ਵਿਪ ਜਾਰੀ ਕਰਨਾ ਗਲਤ ਹੈ, ਵਿਪ ਤਾਂ ਪੋਲੀਟੀਕਲੀ ਜਾਰੀ ਹੋਈ ਸੀ ਨਾ, ਤੇ ਇਸੇ ਤਰ੍ਹਾਂ ਉਹਨੇ ਕਹਤਾ ਇਹਨਾਂ ਨੂੰ ਦੇਸ਼ ਨਿਕਾਲਾ ਦਿਓ, ਕਹੀ ਜਾਵੇ। ਇਹ ਜਿਹੜੀਆਂ ਗੱਲਾਂ ਨੇ ਇਹਦਾ ਪੋਲੀਟੀਕਲ ਫਾਈਟ। ਅੱਛਾ, ਮੈਨੂੰ ਕਿਸੇ ਨੇ ਕਿਹਾ, ਤੁਹਾਨੂੰ ਮੈਂ ਤਾਂ ਕਹਿਣਾ ਮੈਂ ਲੜਿਆ ਇਹ ਪੋਲੀਟੀਕਲੀ, ਮੈਨੂੰ BBC ਵਾਲੇ ਪੁੱਛਣ ਲੱਗੇ ਕਿ ਤੁਸੀਂ, ਉਹ ਕਹਿੰਦੇ ਨੇ ਵੀ ਇਹਨਾਂ ਨੂੰ ਐਂ ਕੱਢੋ, ਫਲਾਣਾ ਕਰੋ, ਇਹ ਕਰੋ, ਉਹ ਕਰੋ। ਮੈਂ ਕਿਹਾ ਮੈਂ ਤਾਂ ਇਹਨਾਂ ਦੇ ਜਿਹੜੇ ਉਹ ਹਰੀਸ਼ ਰਾਵਤ ਸਾਹਿਬ ਨੇ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਉਹਨਾਂ ਨੇ ਮੈਨੂੰ ਕਿਹੜਾ ਅਹੁਦਾ ਦਿੱਤਾ ਹੋਇਆ ਹੈ, ਕਿਹੜੀ ਤਨਖਾਹ ਦਿੰਦੇ ਨੇ, ਕਿਹੜਾ ਦਫ਼ਤਰ ਦਿੱਤਾ ਹੋਇਆ ਹੈ, ਕਿਹੜੀ ਪਾਵਰ ਦਿੱਤੀ ਹੋਈ ਹੈ ਜਿਹ 'ਚੋਂ ਮੈਨੂੰ ਕੱਢਣਾ ਚਾਹੁੰਦੇ ਨੇ। ਇਹ ਮੈਂ BBC ਨੂੰ ਬਿਆਨ ਦਿੱਤਾ ਜੀ, ਮੈਂ ਉਹ ਦੱਸ ਦੇਣਾ। ਸੋ ਤੁਸੀਂ ਪੋਲੀਟੀਕਲੀ ਫਾਈਟ ਆਊਟ ਕਰੋ। ਹਾਲਾਂਕਿ ਮੈਂ ਤਾਂ ਕੋਈ ਪੋਲੀਟੀਸ਼ੀਅਨ ਨਹੀਂ ਆ, ਪਰ ਉਹਨੇ ਪੋਲੀਟੀਕਲ ਬਿਆਨ ਦਿੱਤਾ ਸੀ ਹਰੀਸ਼ ਰਾਵਤ ਨੇ, ਮੈਂ ਉਹਦਾ ਪੋਲੀਟੀਕਲ ਜਵਾਬ ਦਿੱਤਾ ਜੀ। ਸੋ ਮੈਂ ਤਾਂ ਕਹਿਣਾ ਵੀ ਜਦ ਤੁਸੀਂ ਸਿਆਸਤ ਨਹੀਂ ਚੱਲਦੀ ਜਿੰਨਾ ਚਿਰ ਪੋਲੀਟੀਕਲ ਜਵਾਬ ਨਹੀਂ ਦਿਓਗੇ, ਤੁਹਾਨੂੰ ਪੋਲੀਟੀਕਲ ਜਵਾਬ ਦੇਣੇ ਨਹੀਂ ਆਉਂਦੇ, ਤੁਹਾਡੇ 'ਚ ਆਪਦੇ 'ਚ ਹਿੰਮਤ ਨਹੀਂ। ਤੁਸੀਂ ਪੁਲਿਸ ਨੂੰ, ਤੁਸੀਂ ਪ੍ਰਸ਼ਾਸਨ ਨੂੰ, ਤੁਸੀਂ ਝੂਠੇ ਕੇਸ ਬਣਾਉਣ ਨੂੰ ਜੇ ਇਹ ਤੁਸੀਂ ਤੌਰ ਤਰੀਕਾ ਵਰਤੋਗੇ ਤਾਂ ਦੇਸ਼ ਨਹੀਂ ਬਚਣਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਇਹ ਦੇਸ਼ ਕੁਰਬਾਨੀਆਂ ਦੇ ਕੇ ਲਿਆ, ਇਹ ਦੇਸ਼ ਦੇ ਵਿੱਚ ਪੂਰੇ ਮੁਲਕ ਨੇ ਕੁਰਬਾਨੀਆਂ ਦਿੱਤੀਆਂ ਨੇ, ਔਰ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਨੇ। ਤੇ ਜੇ ਪੰਜਾਬ ਨੂੰ ਐਂ ਤੋੜਨ ਦੀ ਕੋਸ਼ਿਸ਼ ਕਰਨਗੇ, ਜੇ ਦੇਸ਼ ਨੂੰ ਐਂ ਤੋੜਨ ਦੀ ਕੋਸ਼ਿਸ਼ ਕਰਨਗੇ, ਠੀਕ ਆ, ਕੋਈ ਗੱਲ ਨਹੀਂ। ਸ਼ਹੀਦੀਆਂ ਭਗਤ ਸਿੰਘ ਹੋਰਾਂ ਨੂੰ ਤਾਂ 23 ਸਾਲ ਦੀ ਉਮਰ 'ਚ ਦੇ ਦਿੱਤੀਆਂ, ਮੈਂ 75 ਸਾਲ ਦੀ ਉਮਰ 'ਚ ਦੇ ਸਕਦਾ, ਪਰ ਅਸੀਂ ਛਾਤੀ ਡਾ ਕੇ ਖੜੇ ਹੋਵਾਂਗੇ। ਐਂ ਦੇਸ਼ ਨੂੰ ਐਂ ਟੁੱਟਣ ਨਹੀਂ ਦਿੰਦੇ ਇਹਨਾਂ ਦੇ ਖਹਿ ਤੋਂ। ਇਹਨਾਂ ਦੇ ਤਰੀਕੇ ਨਾਲ ਲੋਕਾਂ ਨੂੰ ਕਤਲੇਆਮ ਨਹੀਂ ਕਰ ਸਕਦੇ। ਇਹਨਾਂ ਦੀ ਹਿੰਮਤ ਕਿਵੇਂ ਪੈ ਜੇ? ਇਹਨਾਂ ਨੂੰ ਰਾਜ ਕਰਨ ਨੂੰ, ਗਵਰਨ ਕਰਨ ਨੂੰ ਦਿੱਤਾ, ਨਾ ਕਿ ਮਾਰਨ ਨੂੰ ਦਿੱਤਾ ਲੋਕਾਂ ਨੂੰ। ਚੱਕ ਲਓ ਤੁਸੀਂ ਤਰਸੂਲ, ਚੱਕ ਲਓ ਤੁਸੀਂ ਕਿਰਪਾਨਾਂ, ਚੱਕ ਲਓ ਤੁਸੀਂ ਫਲਾਣਾ, ਚੱਕ ਲਓ। ਇਹ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ? ਇਹ ਕੋਈ ਅਧਿਕਾਰ ਨਹੀਂ ਹੈ। ਸ਼ਾਂਤਮਈ ਤਰੀਕੇ ਨਾਲ ਦੇਸ਼ ਨੂੰ ਚਲਾਉਣਾ, ਦੇਸ਼ ਨੂੰ ਇਕੱਠੇ ਰੱਖਣਾ, ਦੇਸ਼ ਦਾ ਵਿਕਾਸ ਕਰਨਾ, ਇਹ ਇਹਨਾਂ ਦੀ ਡਿਊਟੀ ਹੈ। ਇਹ ਕੋਈ ਆਸਾਨ ਨਹੀਂ ਕਰਦੇ। ਨਾ ਚੁਣੇ ਜਾਣ, ਨਾ ਖੜੇ ਹੋਣ MLA ਜੇ ਜਾਂ MP, ਜੇ ਇਹਨਾਂ ਨੇ ਇਹ ਕੰਮ ਨਹੀਂ ਕਰਨੇ, ਜੇ ਇਹਨਾਂ ਤੋਂ ਨਹੀਂ ਹੁੰਦੇ, ਇੱਥੇ ਬੁਰਸ਼ਾਗਰਦੀ ਨਹੀਂ ਚੱਲੇਗੀ, ਇੱਥੇ ਕਾਨੂੰਨ ਦਾ ਰਾਜ ਚੱਲੇਗਾ। ਔਰ ਜੇ ਕਾਨੂੰਨ ਦਾ ਰਾਜ ਕੋਈ ਤੋੜੇਗਾ, ਜਿਵੇਂ ਪਹਿਲਾਂ ਕਿਸਾਨਾਂ ਨੇ ਦਿਖਾਇਆ, ਇਹਦੇ ਉੱਤੇ ਐਜੀਟੇਸ਼ਨਾਂ ਹੋਣਗੀਆਂ। ਕਿਉਂ ਨਹੀਂ ਹੋਣਗੀਆਂ? ਅੰਗਰੇਜ਼ਾਂ ਦੇ ਖਿਲਾਫ ਅਸੀਂ ਕਰੀਆਂ ਨਹੀਂ, ਮੂਲਾਂ ਦੇ ਖਿਲਾਫ ਨਹੀਂ ਹੁੰਦੀਆਂ ਰਹੀਆਂ। ਐਜੀਟੇਸ਼ਨਾਂ ਵੀ ਹੋਣਗੀਆਂ, ਲੋਕ ਇਕੱਠੇ ਵੀ ਹੋਣਗੇ, ਲੋਕ ਖੜੇ ਵੀ ਹੋਣਗੇ, ਲੋਕ ਬੋਲਣਗੇ ਵੀ, ਲੋਕ ਇਹਨਾਂ ਨੂੰ ਟੋਕਣਗੇ ਵੀ। ਮੇਰਾ ਇੱਕੋ ਹੈ ਕਿ ਜਿਹੜਾ ਇਹ ਜੋ ਹੋਇਆ ਹੈ, ਇਹਦੇ ਵਿੱਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਹੈ ਪੰਜਾਬ 'ਚ। ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਇਹ ਕੋਸ਼ਿਸ਼ਾਂ ਨੂੰ ਇਹ ਜਿਹੜੀ ਆਪ ਪਾਰਟੀ ਉਹਨੂੰ ਹੈਂਡਲ ਕਰਨ ਦੀ ਬਜਾਏ ਮੈਨੂੰ ਲੱਗਦਾ ਉਹਨੂੰ ਵਧਾ ਰਹੀ ਹੈ। ਇਹਨੂੰ ਹੈਂਡਲ ਨਹੀਂ ਕਰ ਰਹੀ। ਦੋਏ ਇਨਸੀਡੈਂਟਸ, ਨਾ ਤਾਂ ਪਟਿਆਲੇ ਵਾਲਾ ਠੀਕ ਹੈਂਡਲ ਹੋਇਆ ਤੇ ਨਾ ਇਹ ਹੈਂਡਲ ਹੋਇਆ। ਇਹ ਮੈਂ ਤੁਹਾਨੂੰ ਅੱਜ ਵੀ ਕਹਿ ਦਿੰਦਾ। ਇਹਦੇ ਵਿੱਚ ਉਹਨਾਂ ਨੇ ਨਹੀਂ ਫੜਨ ਦਿੱਤਾ ਸੀ, ਠੀਕ ਹੈ, ਉਹ ਭੱਜਦੇ ਸੀ, ਇਹ ਅਦਾਲਤ 'ਚ ਪਾ ਦਿੰਦੇ ਕਿ ਜੀ ਆਹ ਬੰਦਾ ਇਹ ਖਰਾਬ ਕਰਦਾ, ਸਾਨੂੰ ਦਿੱਲੀ ਦੀ ਪੁਲਿਸ ਉਹ ਦੇ ਨਹੀਂ ਰਹੀ, ਆਪਾਂ ਦੂਜੇ ਮੁਲਕ 'ਚੋਂ ਨਹੀਂ ਮੰਗਵਾਉਂਦੇ ਵੀ ਇਹ ਸਾਡਾ ਦੋਸ਼ੀ ਆ ਭਾਈ, ਇਹਨੂੰ ਭੇਜੋ। ਇਹ ਕੋਈ ਅੱਜ ਦੀ ਕੰਮ ਥੋੜ੍ਹਾ। ਪੁਰਾਣੇ ਜ਼ਮਾਨੇ 'ਚ ਸੰਧੀਆਂ ਹੁੰਦੀਆਂ ਸੀ। ਪੁਰਾਣੇ ਜ਼ਮਾਨੇ 'ਚ ਲੋਕ ਕੀ ਕਰਦੇ ਸੀ, ਇਹ ਜਿਹੜਾ ਨਾਭੇ ਵਾਲੇ ਰਾਜ ਦਾ ਤੇ ਪਟਿਆਲੇ ਵਾਲੇ ਰਾਜ ਦਾ ਰਾਜ ਸੀ, ਕੁਝ ਪਿੰਡ ਐਂ ਸੀ ਵਿੱਚ ਵਿਚਾਲੇ ਸੀ। ਇੱਕ ਪਿੰਡ 'ਚੋਂ, ਪਟਿਆਲੇ ਵਾਲੇ ਪਿੰਡ 'ਚੋਂ ਚੋਰੀ ਕਰਕੇ ਉਹ ਨਾਭੇ ਵਾਲੇ 'ਚ ਭੱਜਿਆ ਕਰਨ, ਨਾਭੇ ਵਾਲੇ 'ਚੋਂ ਚੋਰੀ ਕਰਕੇ ਪਟਿਆਲੇ ਵਾਲੇ 'ਚ ਭੱਜਿਆ ਕਰਨ, ਕਿਉਂਕਿ ਪੁਲਿਸ ਦੂਜੇ ਸਾਹ ਐਂਟਰ ਨਹੀਂ ਕਰ ਸਕਦੀ ਸੀ। ਹੁਣ ਇਹਨਾਂ ਨੇ ਉਹ ਵੀ ਤੋੜਤਾ। ਉਹਦਾ ਰਾਜੇ ਯਾਰ ਇੰਨਾ ਕੁ ਤਾਂ ਰੱਖਦੇ ਸੀ, ਤੁਸੀਂ ਉਹ ਵੀ ਤੋੜਤਾ। ਸੋ ਮੈਂ ਤਾਂ ਕਹਿਣਾ ਆਪਾਂ ਨੂੰ ਇਹ ਗੱਲ ਦੇ ਉੱਤੇ, ਜੇ ਪੰਜਾਬ ਨੂੰ ਚਲਾਉਣਾ ਹੈ, ਜੇ ਭਾਰਤ ਨੂੰ ਚਲਾਉਣਾ ਹੈ, ਜੇ ਦੇਸ਼ ਨੂੰ ਏਕ ਰੱਖਣਾ ਹੈ, ਜੇ ਦੇਸ਼ ਦੀ ਤਰੱਕੀ ਕਰਨੀ ਹੈ, ਇੱਥੋਂ ਦਾ ਨੌਜਵਾਨ ਬਾਹਰ ਨਾ ਭੱਜੇ, ਇੱਥੋਂ ਦਾ ਨੌਜਵਾਨ ਨਸ਼ੇੜੀ ਨਾ ਹੋਵੇ, ਇੱਥੋਂ ਦਾ ਨੌਜਵਾਨ ਗੈਂਗਸਟਰ ਨਾ ਬਣੇ, ਸਿਆਣਾ ਬਣੇ, ਵਿਦਵਾਨ ਬਣੇ। ਨੋਬਲ ਪ੍ਰਾਈਜ਼ ਅਸੀਂ ਕੋਈ ਨਹੀਂ ਜਿੱਤ ਸਕੇ, ਨੋਬਲ ਪ੍ਰਾਈਜ਼ ਜਿੱਤਣ ਵਾਲੇ ਬਣੀਏ, ਤੇ ਫਿਰ ਸਾਨੂੰ ਖੇਡਾਂ 'ਚ ਅੱਗੇ ਆਈਏ। ਫਿਰ ਸਾਨੂੰ ਇੱਥੇ ਅਮਨ ਕਾਨੂੰਨ ਦਾ ਰਾਜ ਕਰਨਾ ਪਏਗਾ। ਪੁਲਿਸ ਰਾਜ ਨਹੀਂ ਕਰਨਾ ਚਾਹੀਦਾ। ਪੁਲਿਸ ਨੂੰ ਆਜ਼ਾਦ ਤੌਰ 'ਤੇ ਕੰਮ ਕਰਨ ਦਿਓ। ਜੇ ਗਲਤ ਕਰਦੀ ਹੈ ਸਜ਼ਾ ਦਿਓ, ਨਹੀਂ ਤਾਂ ਕਾਨੂੰਨ ਦੇ ਤੌਰ 'ਤੇ ਕੰਮ ਕਰੇ। ਅਦਾਲਤਾਂ ਆਪਦਾ ਕੰਮ ਕਰਨ, ਬਿਊਰੋਕ੍ਰੇਸੀ ਆਪਦਾ ਕੰਮ ਕਰੇ, ਤੇ ਜਿਹੜੀ ਲੈਜਿਸਲੇਚਰ ਹੈ ਉਹਦਾ ਆਪਦਾ ਕੰਮ ਹੈ, ਉਹ ਕੰਮ ਉਹ ਕਰੇ। ਪਿੰਡਾਂ ਦੇ ਇਕੱਠ ਕਰ ਲੈਣ MLA ਤੋਂ ਪਿੰਡਾਂ ਦੇ ਇਕੱਠ ਤਾਂ ਹੁੰਦੇ ਨਹੀਂ। ਉਹ ਜਾ ਕੇ ਹਸਪਤਾਲ 'ਚ, ਸਕੂਲ 'ਚ, ਮੈਂ ਕਹਿੰਦਾ ਸਕੂਲ 'ਚ ਜਮਾ ਹੀ ਨਹੀਂ ਮਾਸਟਰ ਪੜ੍ਹਾ ਰਿਹਾ, ਮੰਨ ਲਓ। MLA ਨੂੰ ਕੋਈ ਅਧਿਕਾਰ ਨਹੀਂ ਉੱਥੇ ਜਾ ਕੇ ਉਹਨੂੰ ਟੋਕਣ ਦਾ। ਉਹ DO ਨੂੰ ਕਹੇ ਕਿ ਜੀ ਤੁਹਾਡੇ ਸਾਡੇ ਪਿੰਡ ਦਾ ਸਕੂਲ ਹੈ ਜਾਂ ਫਲਾਣਾ ਸਕੂਲ ਹੈ, ਮੈਂ ਆਹ ਦੇਖਿਆ ਉੱਥੇ ਹਾਲਤ ਆ। ਹਸਪਤਾਲ 'ਚ ਕੰਮ ਨਹੀਂ ਕਰਦੇ, ਮਰੀਜ਼ ਨਹੀਂ ਦੇਖਦੇ, ਹਸਪਤਾਲ 'ਚ ਗੈਰ ਹਾਜ਼ਰ ਰਹਿੰਦੇ ਨੇ ਡਾਕਟਰ। ਇਹਨਾਂ ਨੇ ਕਿੰਨੇ ਕੁ ਫੜ ਲਏ, ਕਿੰਨਿਆਂ ਕੁ ਨੂੰ ਕਹਿਤਾ? ਕਿਉਂਕਿ ਜਦ ਤੱਕ ਤੁਸੀਂ ਵਿਧੀ ਤੋੜ ਕੇ, ਇੱਕ ਗੱਲ ਦਾ ਲਾਸਟ ਮੈਂ ਕਹੂੰਗਾ, ਮੈਨੂੰ ਬਚਪਨ ਤੋਂ ਇਹ ਸਿੱਖਿਆ ਮਿਲੀ ਹੈ, ਸਿੱਧਾ ਰਾਹ ਨਾ ਛੋਡੀਏ ਭਾਵੇਂ ਹੋਵੇ ਦੂਰ, ਕੱਚਾ ਦੁੱਧ ਨਾ ਪੀਜੀਏ ਭਾਵੇਂ ਹੋਵੇ ਨੂਰ। ਸਿੱਧਾ ਰਾਹ ਨਹੀਂ ਛੱਡੀਦਾ ਹੁੰਦਾ, ਜਿੰਨਾ ਮਰਜ਼ੀ ਔਖਾ ਹੋਵੇ। ਇਹ ਬੜਾ ਸੌਖਾ ਵੀ ਬੰਦੇ ਨੂੰ ਕਾਨੂੰਨ ਤੋੜ ਕੇ ਸਜ਼ਾ ਦੇ ਦਿਓ, ਪਰ ਇਹ ਸਿਸਟਮ ਨੂੰ ਬੜਾ ਨੁਕਸਾਨ ਕਰਦੀ ਹੈ।
ਸਿੱਧੇ ਰਾਹ ਤੇ ਚੱਲੋ, ਕੋਈ ਨਹੀਂ ਕਰਦੇ ਅਦਾਲਤ ਹੋਰ ਸਾਡੇ ਕੋਲ 100 ਤਰੀਕੇ ਨੇ, ਅਸੀਂ ਉਹ ਤਰੀਕੇ ਵਰਤਦੇ ਹਾਂ। ਇਹ ਨਹੀਂ ਆ ਵੀ ਇਹ ਤਾਂ ਫਿਰ ਅਨਪੜ੍ਹਾਂ ਦੀ ਗੱਲ, ਇਹ ਅਨਪੜ੍ਹ ਨਹੀਂ, ਮੈਂ ਤਾਂ ਕਹਾਂਗਾ ਮੱਧ ਯੁੱਗ ਦੀ ਹੋ ਗਈ ਵੀ ਅੱਖ ਦੇ ਬਰਾਬਰ ਅੱਖ ਕੱਢ ਲਓ, ਸਿਰ ਦੇ ਬਰਾਬਰ ਸਿਰ ਲੈ ਲਓ, ਹੱਥ ਦੇ ਬਰਾਬਰ ਹੱਥ ਕੱਢ ਲਓ, ਫਿਰ ਫਰਕ ਕੀ ਰਹਿ ਗਿਆ? ਅਸੀਂ ਸਿਵਲਾਈਜ਼ਡ ਸੁਸਾਇਟੀਆਂ, ਜੀ ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਅਸੀਂ ਆਜ਼ਾਦ ਦੇਸ਼ ਹਾਂ, ਅਸੀਂ ਡੈਮੋਕ੍ਰੇਸੀ ਹਾਂ, ਅਸੀਂ ਪ੍ਰਜਾਤੰਤਰ ਹਾਂ। ਇਹਨੂੰ ਪ੍ਰਜਾਤੰਤਰ ਦੇ ਨਾਲ ਹੀ, ਸੰਵਿਧਾਨ ਦੇ ਨਾਲ ਹੀ, ਸੰਵਿਧਾਨ ਦੀ ਸਹੁੰ ਅਸੀਂ ਖਾਂਦੇ ਹਾਂ, ਉਹਦੇ ਅਨੁਸਾਰ ਹੀ ਚਲਾਉਣਾ ਹੋਵੇਗਾ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ।